ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗਈ ਬਹੁੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਗਈ ਬਹੁੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਓ ਨਿਮਾਣਿਆ ਤੂੰ ਮਾਣ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕਉ ਕੁਰਬਾਨ। ਰਹਾਉ ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਚਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਹਰ ਅੰਤਰ ਜਾਮੀ ਸਭ ਬਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ। ਕਹਿਣੈ ਕਥਨ ਨ ਪੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਹਾਈਐ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਓ ਇਹ ਸਾਰਾ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਵੀ ਹੈ ਤੇ ਮਾਲਕ ਦੇ ਸਨਮੁਖ ਜਾਚਨਾ ਵੀ ਕੀਤੀ ਗਈ ਹੈ। ਹੇ ਵਾਹਿਗੁਰੂ ਜੀ, ਆਪ ਸਰਬ ਕਲਾ ਸਮਰੱਥ ਹੋ, ਸਭ ਕੁਝ ਭੰਨਣ ਘੜਨ ਜੋੜਨ ਤੋੜਨ ਵਿਛੋੜਨ ਸਾਰੀ ਸਮਰੱਥਾ ਤੁਹਾਡੇ ਕੋਲ ਹੈ। ਸਾਨੂੰ ਟੁੱਟਿਆ ਹੋਇਆਂ ਨੂੰ ਜੋੜ ਲਵੋ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਹਿਮਤ ਆਪਣੀ ਬਖਸ਼ਿਸ਼ ਵਰਤਾਨ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ਣ। ਆਪ ਜਿਤਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠੇ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਤੋਂ ਕੀਰਤਨ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਸਾਧ ਸੰਗਤ, ਸਾਰੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਸਤਿਗੁਰਾਂ ਜੀ ਦਾ ਇਹ ਰਾਗ ਹੈ ਔਰ ਸੋਰਠ ਰਾਗ ਦੇ ਅੰਦਰ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਲਈ ਅਸੀਂ ਇਤਿਹਾਸਕ ਬੋਲ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ, ਅਸੀਂ ਬੜੀ ਵਾਰੀ ਉਹ ਬੋਲ ਦੁਹਰਾਨੇ ਹਾਂ, ਦੋਹੇ ਤਾ ਬਾਣੀ ਕਾ ਬੋਹੇ ਥਾ, ਕਿ ਗੁਰੂ ਅਰਜਨ ਦੇ ਬਾਣੀ ਦੇ ਜਹਾਜ਼ ਨੇ। ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਭੱਟ ਸਾਹਿਬਾਨ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਗੁਰੂ ਅਰਜਨ ਦੇਵ ਇਸ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਉਹ ਜਹਾਜ਼ ਨੇ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਇੱਕ ਖਿੰਨ ਦੇ ਵਿੱਚ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ। ਭੱਟ ਸਾਹਿਬ ਜੀ ਦੇ ਬਚਨ ਨੇ, ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ, ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਜਹਾਜ਼ ਨੇ ਜਿਹੜੇ ਸ੍ਰਿਸ਼ਟੀ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ। ਆਰੰਭ 'ਚ ਤਾਂ ਬੇਨਤੀ ਕਰ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਬੜੇ ਪਰਉਪਕਾਰ ਸਾਡੇ ਤੇ ਕੀਤੇ ਆ। ਗੁਰਮਖੋ ਥੋੜਾ ਜਿਹਾ, ਕਿਉਂਕਿ ਅੱਜ ਸਤਿਗੁਰਾਂ ਦਾ ਇਸ ਵਾਰੀ ਪਹਿਲਾ ਸ਼ਬਦ ਆਇਆ ਹੁਕਮ 'ਚ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ 18 ਸਾਲ ਦੀ ਉਮਰ ਸੀ ਜਦੋਂ ਗੁਰਿਆਈ ਤੇ ਜਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤੇ 43 ਸਾਲ ਦੀ ਉਮਰ ਤੱਕ
25 ਸਾਲ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਰਹੇ ਆ। ਉਹਨਾਂ ਨੇ ਸਾਡੇ ਤੇ ਬੜਾ ਪਰਉਪਕਾਰ ਕੀਤਾ। ਮੈਂ ਵਿਸ਼ੇਸ਼ ਸ਼ਬਦ ਦੁਹਰਾਉਣ ਲੱਗਾ, ਆ ਹਰਿਮੰਦਰ ਸਾਹਿਬ ਉਹਨਾਂ ਦੀ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕਨੇ ਖਾਂ, ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਾਡੇ ਤੇ ਅਸੀਸ ਹੈ। ਸਾਧ ਸੰਗਤ, ਗੁਰੂ ਅਰਜੁਨ ਦੇਵ ਨੇ ਸਾਰੀ ਬਾਣੀ ਇਕੱਠੀ ਕੀਤੀ ਤੇ ਉਸ ਬਾਣੀ ਦੇ ਸੰਬੰਧ ਵਿੱਚ ਆਪਣੀ ਰਸਨਾ ਤੋਂ ਬੋਲ ਵੀ ਕਹੇ ਕਿ ਭਾਈ ਗੁਰਸਿੱਖੋ, ਇਹ ਉਹ ਖਜ਼ਾਨਾ ਹੈ ਜੋ ਆਦ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਰਾਮਦਾਸ ਪਿਤਾ ਜੀ ਤੱਕ ਗੁਰੂ ਸਾਹਿਬਾਨਾਂ ਨੇ ਇਕੱਤਰ ਕੀਤਾ, ਉਚਾਰਨ ਕੀਤਾ। ਤੇ ਭਾਈ ਸਿੱਖੋ, ਇਸ ਖਜ਼ਾਨੇ ਦੀ ਕੀਮਤ ਦੁਨੀਆ 'ਚ ਕੋਈ ਨਹੀਂ ਪਾ ਸਕਦਾ। ਕੋਈ ਦੌਲਤ, ਕੋਈ ਪਦਾਰਥ, ਜੜ ਚੇਤਨ, ਕੁਛ ਵੀ ਮਾਇਆ ਇਸ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਬਸ ਇੱਕ ਕੰਮ ਕਰਿਓ, ਇਸ ਸ਼ਬਦ ਨੂੰ ਪਹਿਲਾਂ ਆਪ ਖਾਇਓ। ਖਰਚਣ ਦੀ ਗੱਲ ਬਾਅਦ 'ਚ ਕਹੀ ਹੈ, ਕਿਉਂਕਿ ਖਰਚਿਆ ਤਾਂ ਜਾਂਦਾ ਹੈ ਜੇ ਕਮਾਇਆ ਜਾਏਗਾ ਤਾਂ। ਉੱਥੇ ਸ਼ਬਦ ਸਤਿਗੁਰੂ ਨੇ ਖਾਵੇਂ ਵਰਤਿਆ ਹੈ ਨਾ। ਇਹਦਾ ਭਾਵ ਅਰਥ ਹੈ ਕਿ ਆਪ ਕਮਾਓ, ਆਪ ਸ਼ਬਦ ਜਪੋ, ਆਪ ਬਾਣੀ ਅਨੁਸਾਰ ਜੀਵਨ ਢਾਲੀਏ। ਜਿਵੇਂ ਕੋਈ ਕਮਾਈ ਕਰਦਾ ਹੈ ਤੇ ਬਾਅਦ ਵਿੱਚ ਖਰਚ ਸਕਦਾ ਹੈ, ਬਿਨਾਂ ਕਮਾਈਆਂ ਤੋਂ ਖਰਚ ਨਹੀਂ ਹੁੰਦੇ। ਤੇ ਗੁਰਮੁਖੋ, ਸੱਚ ਇਹ ਵੇ, ਸ਼ਬਦ ਦੀ ਕਮਾਈ ਤੋਂ ਬਿਨਾਂ ਵੀ ਸ਼ਬਦ ਖਰਚਿਆ ਨਹੀਂ ਜਾ ਸਕਦਾ, ਪਰਪੰਚ ਹੋ ਸਕਦਾ ਹੈ। ਪਰ ਮਹਾਰਾਜ ਜੀ ਨੇ ਕਿਹਾ, ਖਮ ਧਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਕੋਈ ਕੀਮਤ ਨਹੀਂ ਇਸ ਬਾਣੀ ਦੀ ਪਿਆਰਿਓ, ਕੋਈ ਇਹਦਾ ਮੁੱਲ ਪਾ ਹੀ ਨਹੀਂ ਸਕਦਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚੈ ਰਲ ਮਿਲ ਭਾਈ। ਰਲ ਮਿਲ ਕੇ ਸੰਗਤੀ ਰੂਪ ਵਿੱਚ ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਤੇ ਪੰਚਮ ਸਤਿਗੁਰੂ ਜੀ, ਹਰ ਬੰਦਾ ਇਹਨੂੰ ਖਾ ਖਰਚ ਸਕੇਗਾ? ਕਹਿਣ ਲੱਗੇ ਨਹੀਂ। ਕਹੋ ਨਾਨਕ, ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਖਸ਼ਿਸ਼ ਕੀਤੀ ਜੀ। ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਤੇ ਉਸ ਤੋਂ 2 ਸਾਲ ਬਾਅਦ ਹੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਸਬਰ ਨਾਲ ਹਰ ਚੀਜ਼ ਨੂੰ ਅੰਦਰੋਂ ਖੰਡਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਰਾਗ ਸੋਰਠ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਗਈ ਬਹੋੜ ਬੰਦੀ ਛੋੜ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਇਸ ਸ਼ਬਦ ਦੀ ਆਰੰਭਤਾ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਦੇ ਨੇ। ਕਿਉਂਕਿ ਜਿਵੇਂ ਆਪਾਂ ਰੋਜ਼ ਕਥਾ ਵਿਚਾਰ ਕਰਦੇ ਆ ਰਹੇ ਹਾਂ, ਪਹਿਲੇ ਜਿਹੜੇ ਬਚਨ ਨੇ ਉਹਨਾਂ ਦੇ ਅੱਖਰੀ ਅਰਥ ਕਰ ਲਾਂਗੇ ਤੇ ਉਸ ਤੋਂ ਬਾਅਦ ਸਮੇਂ ਅਨੁਸਾਰ ਉਹਦੀ ਵਿਆਖਿਆ ਡਿਟੇਲ 'ਚ ਆਪਾਂ ਸਤਿਗੁਰੂ ਦੀ ਸਿਫਤ ਕਰ ਸਕਨੇ ਹਾਂ। ਅੱਜ ਸਾਹਿਬ ਨੇ ਫਰਮਾਇਆ, ਗਈ ਬਹੌੜ ਬੰਦੀ ਛੋੜ। ਗਈ ਬਹੌੜ, ਗਈ ਦਾ ਲਫ਼ਜ਼ੀ ਅਰਥ ਹੈ ਜੋ ਚਲੀ ਗਈ ਹੈ, ਪਰ ਇੱਥੇ ਸ਼ਬਦ ਨਹੀਂ ਕਿਹਾ ਕਿਹੜੀ ਚੀਜ਼ ਚਲੀ ਗਈ। ਇਹ ਫਿਰ ਵਿਆਖਿਆਕਾਰ, ਟੀਕਾਕਾਰਾਂ ਨੇ, ਕਥਾ ਕਰਨ ਵਾਲਿਆਂ ਗੁਰਮੁਖਾਂ ਨੇ ਆਪਣੀ ਆਪਣੀ ਸੋਝੀ ਦੇ ਮੁਤਾਬਕ ਇਹਦੇ ਅਰਥ ਕੀਤੇ। ਪਰ ਪਹਿਲਾਂ ਅੱਖਰੀ ਅਰਥ ਨੇ ਗਈ ਬਹੌੜ। ਗਈ ਦਾ ਅਰਥ ਹੈ ਜਿਹੜੀ ਚਲੀ ਗਈ ਹੈ। ਜਿਵੇਂ ਆਪਾਂ ਕੋਈ ਚੀਜ਼ ਕਿ ਫਲਾਣੀ ਚੀਜ਼ ਉਹ ਚਲੀ ਗਈ, ਜਿਵੇਂ ਦਾ ਮਤਲਬ ਹੁਣ ਸਾਡੇ ਕੋਲ ਉਹ ਵਸਤੂ ਨਹੀਂ ਰਹੀ। ਤੇ ਬਹੌੜ ਦਾ ਲਫ਼ਜ਼ੀ ਅਰਥ ਹੁੰਦਾ ਜੀ ਵਾਪਸ ਲੈ ਆਉਣਾ। ਫਿਰ ਅੱਜ ਸੁਣਿਓ, ਜਿਹੜੀ ਚਲੀ ਗਈ ਹੈ ਸਾਡੇ ਕੋਲ ਹੈ ਹੀ ਨਹੀਂ, ਉਹ ਵਾਪਸ ਆ ਜਾਏ। ਗਈ ਬਹੌੜ, ਇਹਦਾ ਅਰਥ ਹੈ, ਹੇ ਪਰਮਾਤਮਾ ਜੀ, ਜਿਹੜੀ ਅਵਸਥਾ, ਫਿਰ ਬੇਨਤੀ ਹੈ, ਜਿਹੜੀ ਅੰਦਰ ਦੀ ਸੁਰਤ, ਜਿਹੜੀ ਅੰਦਰ ਦੀ ਇਕਾਗਰਤਾ, ਜਿਹੜੀ ਨਾਮ ਦੇ ਵਿੱਚ ਜੁੜੀ ਕੋਈ ਪ੍ਰੋਤੀ, ਕੋਈ ਸੁਰਤ ਸੀ, ਉਹ ਚਲੀ ਗਈ। ਤੇ ਆਪ ਇੰਨੇ ਸਮਰੱਥ ਹੋ, ਉਸ ਆਤਮਿਕ ਅਵਸਥਾ ਜਿਹੜੀ ਗਵਾਚ ਗਈ, ਚਲੀ ਗਈ, ਤੁਸੀਂ ਉਸ ਨੂੰ ਦੁਬਾਰਾ ਫਿਰ ਲੈ ਆਉਂਦੇ ਹੋ। ਫਿਰ ਬੇਨਤੀ ਹੈ, ਇਸ ਨੂੰ
ਥੋੜਾ ਜਿਹਾ ਅਸੀਂ ਬਾਣੀ ਚੋਂ ਫਿਰ ਜਦੋਂ ਵਿਚਾਰ ਕਰਾਂਗੇ ਜੀ। ਅਖਰੀ ਅਰਥ ਗਈ ਬਹੌੜ, ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ, ਬੰਦੀ ਛੋੜ। ਬੰਦੀ ਦਾ ਅਰਥ ਆਪਾਂ ਸਮਝਨੇ ਆ ਕਿ ਜਿਹੜੇ ਬੰਧਨਾਂ ਦੇ ਵਿੱਚ ਬੱਝੇ ਹੋਏ ਆ, ਜਿਨ੍ਹਾਂ ਨੂੰ ਸੰਗਲਾਂ ਦੇ ਨਾਲ ਨੂੜਿਆ ਹੋਇਆ ਹੈ। ਬੰਦੀ ਛੋੜ ਦਾ ਅਰਥ ਹੈ ਬੰਧਨਾਂ ਵਿੱਚ ਪਿਆ ਹੋਇਆਂ ਦਾ ਛੁਟਕਾਰਾ ਕਰਾਉਣ ਵਾਲੇ। ਹੁਣ ਇਹ ਫਿਰ ਇਸ ਦੀ ਬੇਨਤੀ, ਚਾਰ ਇਹ ਸ਼ਬਦ ਨੇ, ਗਈ ਬਹੌੜ, ਬੰਦੀ ਛੋੜ। ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ, ਬੰਧਨਾਂ ਵਿੱਚ ਪਿਆ ਹੋਇਆਂ ਦੇ ਬੰਧਨ ਕੱਟ ਕੇ ਬੰਦੀ ਛੋੜ ਹੋ। ਨਿਰੰਕਾਰ ਦੁਖਦਾਰੀ, ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਜਿਸ ਦਾ ਕੋਈ ਰੂਪ ਨਹੀਂ, ਜਿਸ ਦਾ ਬਾਹਰਮੁਖੀ ਕੋਈ ਢਾਂਚਾ ਨਹੀਂ। ਨਿਰੰਕਾਰ ਦੁਖਦਾਰੀ, हे ਪ੍ਰਭੂ ਆਪ ਜੀ ਦਾ ਕੋਈ ਆਕਾਰ ਨਹੀਂ। ਜਿਹੜੇ ਆ ਦੁੱਖ ਨੇ, ਦੁਖਦਾਰੀ ਦਾ ਅਰਥ ਕਰਾਂਗੇ ਦੁੱਖਾਂ ਦਾ ਇਲਾਜ ਕਰਨ ਵਾਲੇ। ਇਉਂ ਸ਼ਬਦ ਹੋਰ ਸੌਖੇ ਅਰਥ ਕਰ ਲੀजिए, ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੇ। ਇਹਦਾ ਮਤਲਬ ਅਰਥ ਹੋ ਗਿਆ ਗਈ ਬਹੌੜ, ਜਾ ਚੁੱਕੀ ਅਵਸਥਾ ਨੂੰ ਵਾਪਸ ਲਿਆਉਣ ਵਾਲੇ, ਬੰਦੀ ਛੋੜ, ਬੰਧਨਾਂ ਵਿੱਚ ਪਿਆ ਹੋਇਆਂ ਨੂੰ ਮੁਕਤ ਕਰਾਉਣ ਵਾਲੇ, ਨਿਰੰਕਾਰ ਦੁਖਦਾਰੀ ਜਿਸ ਦਾ ਕੋਈ ਆਕਾਰ ਨਹੀਂ, ਦੁੱਖਾਂ ਦਾ ਇਲਾਜ ਕਰਨ ਵਾਲੇ, ਦੁੱਖਾਂ ਤੋਂ ਖਹਿੜਾ ਛੁਡਾਉਣ ਵਾਲੇ। ਇੱਥੇ ਬੇਨਤੀ ਕੀਤੀ ਜਾ ਰਹੀ ਹੈ। ਅਸੀਂ ਪਹਿਲੇ ਇਸ ਪਦੇ ਦੀਆਂ 3 ਤੁਕਾਂ ਦੇ ਅਰਥ ਕਰਕੇ ਫਿਰ ਵਿਚਾਰ ਵਿਆਖਿਆ ਸ਼ੁਰੂ ਕਰਾਂਗੇ। हे ਵਾਹਿਗੁਰੂ ਜੀ, ਇਸ ਕਰਕੇ ਨਹੀਂ ਮੇਰੀ ਅਵਸਥਾ ਵਾਪਸ ਆਉਣੀ ਕਿ ਮੇਰੇ ਕਰਮ ਬੜੇ ਚੰਗੇ ਆ। ਨਾ ਤਾਂ ਮੈਂ ਕੋਈ ਕਰਮ ਚੰਗਾ ਕੀਤਾ, ਨਾ ਮੈਂ ਧਰਮ ਬਾਰੇ ਕੁਝ ਜਾਣਦਾ ਵਾਂ। ਕਰਮ ਧਰਮ ਮੇਰੇ ਪੱਲੇ ਕੁਛ ਵੀ ਨਹੀਂ। ਲੋਭੀ ਮਾਇਆ ਧਾਰੀ, ਪਰ ਮੇਰੇ ਅੰਦਰ ਦੀ ਬਿਰਤੀ ਜਿਹੜੀ ਉਹ ਲੋਭੀ ਅਤ ਦੀ ਲਾਲਚੀ ਹੈ। ਹਰ ਵਕਤ ਅੰਦਰ ਲਾਲਚ ਦੇ ਫੁਰਨੇ ਉੱਠਦੇ ਪਏ ਆ। ਤੇ ਵਾਹਿਗੁਰੂ ਮੇਰੀ ਸੁਰਤ ਨੇ ਮਾਇਆ ਨੂੰ ਧਾਰਨ ਕੀਤਾ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਅੰਦਰ ਦੀ ਅਵਸਥਾ ਲਾਲਚੀ ਹੈ, ਮਾਇਆ ਧਾਰੀ ਖਾਂ। ਕਰਮ ਧਰਮ ਮੈਂ ਕੁਛ ਵੀ ਨਹੀਂ ਕਰ ਰਿਹਾ। ਨਾਮ ਪਰਿਓ ਭਗਤ ਗੋਵਿੰਦ ਕਾ, ਨਾਮ ਪਰਿਓ ਭਗਤ ਗੋਵਿੰਦ ਕਾ। ਵਾਹਿਗੁਰੂ ਜੀ ਮੇਰੇ ਅੰਦਰ ਨੂੰ ਤਾਂ ਕੋਈ ਜਾਣਦਾ ਹੀ ਨਹੀਂ। ਮੈਂ ਤਾਂ ਬੇਨਤੀ ਕਰਾਂਗਾ ਗੁਰਮਖੋ, ਇਹ ਸਤਿਗੁਰੂ ਸਾਡੇ ਲਈ ਅਰਦਾਸ ਕਰ ਰਹੇ ਆ ਜੀ। ਮਹਾਰਾਜ ਕਹਿੰਦੇ ਨੇ ਸਾਡਾ ਨਾਮ ਦੁਨੀਆ ਵਿੱਚ ਪੈ ਗਿਆ, ਇਹ ਪ੍ਰਭੂ ਦਾ ਭਗਤ ਹੈ, ਇਹ ਬੜੀ ਬੰਦਗੀ ਕਰਨ ਵਾਲਾ ਹੈ, ਇਹ ਬੜੇ ਉੱਚੇ ਜੀਵਨ ਵਾਲਾ ਹੈ। ਵਾਹਿਗੁਰੂ ਜੀ ਸਾਰੀ ਦੁਨੀਆ ਇਹ ਸ਼ਬਦ ਕਹਿ ਰਹੀ ਹੈ ਕਿ ਇਹ ਗੋਬਿੰਦ, ਗੋਬਿੰਦ ਅਰਥ ਹੁੰਦਾ ਧਰਤੀ ਦਾ ਸਹਾਰਾ। ਅਸੀਂ ਸਿੱਧੇ ਅਰਥ ਪਰਮੇਸ਼ਵਰ ਵਾਹਿਗੁਰੂ ਜੀ ਕਰਨੇ। ਨਾਮ ਪਰਿਓ ਭਗਤ ਗੋਬਿੰਦ ਕਾ। ਇਸ ਸਮਾਜ ਵਿੱਚ, ਇਸ ਸ੍ਰਿਸ਼ਟੀ ਵਿੱਚ ਮੇਰੇ ਨਾਮ ਨਾਲ ਲੋਕ ਇਹ ਸ਼ਬਦ ਜੋੜਨ ਲੱਗ ਪਏ ਨੇ। ਮੈਂ ਖਰ ਜਨ ਹਾਂ, ਮੈਂ ਖਰੀ ਦਾਸ ਹਾਂ, ਮੈਂ ਖਰੀ ਭਗਤ ਹਾਂ, ਮੈਂ ਗੁਰਸਿੱਖ ਹਾਂ, ਮੈਂ ਗੁਰੂ ਦਾ ਖਾਲਸਾ ਹਾਂ। ਵਾਹਿਗੁਰੂ ਪਰ ਅੰਦਰ ਦਾ ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਦਾ ਜੀਵਨ ਕੀ ਹੈ। ਪਰ ਸਾਰਿਆਂ ਵਿੱਚ ਮੇਰੀ ਮਸ਼ਹੂਰੀ ਹੈ ਆਪ ਜੀ ਦਾ ਭਗਤ ਜਾਣ ਕੇ। ਇਹ ਰਾਖੋ ਪੈਜ ਤੁਮਾਰੀ, हे ਵਾਹਿਗੁਰੂ ਜੀ ਹੁਣ ਕਿਰਪਾ ਕਰੋ ਇਸ ਸ਼ਬਦ ਦੀ ਇੱਜ਼ਤ ਰੱਖ ਲਵੋ। ਇਹ ਮਿਹਰ ਕਰੋ, ਤੁਸੀਂ ਮੇਰੀ ਇੱਜ਼ਤ ਰੱਖ ਲਓ। ਕਿਹੜੀ ਇੱਜ਼ਤ ਜੀ? ਕਿ ਲੋਕ ਮੈਨੂੰ ਤੇਰਾ ਭਗਤ, ਤੇਰਾ ਸੇਵਕ ਕਹਿ ਰਹੇ ਆ। ਇਹ ਸਤਿਗੁਰੂ ਜੀ ਨੇ, ਗੁਰੂ ਅਰਜੁਨ ਦੇਵ ਜੀ ਨੇ ਜੀ ਬੇਨਤੀ ਰੂਪ ਦੇ ਵਿੱਚ ਇਸ ਸ਼ਬਦ ਦਾ ਪਹਿਲਾ ਪਦਾ ਜਿਸ ਦੀਆਂ 3 ਤੁਕਾਂ ਦੇ ਆਪਾਂ ਅਰਥ ਕੀਤੇ ਆ, ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ। ਅੱਗੇ ਵੀ ਜਿਹੜੇ ਜਿਵੇਂ ਤੁਕਾਂ ਆਉਣਗੀਆਂ ਆਪਾਂ ਸਮੇਂ ਅਨੁਸਾਰ ਉਹਦੀ ਵਿਆਖਿਆ ਕਰੀ ਜਾਂਦੇ ਆ। ਪਹਿਲੀ ਬੇਨਤੀ ਹੈ ਗਈ ਬਹੌੜ, ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ। ਸਭ ਤੋਂ ਪਹਿਲੀ ਬੇਨਤੀ ਵੀ ਕਿਹੜੀ ਚੀਜ਼ ਚਲੀ ਜਾਏ ਜਿਹੜੀ ਸਤਿਗੁਰੂ ਵਾਪਸ ਲੈ ਕੇ ਆ ਜਾਂਦੇ ਆ। ਮੈਂ ਅਰਜ਼ ਕੀਤੀ ਜੇ ਇਹਦੇ ਜ਼ਿਆਦਾਤਰ ਅਰਥ ਗੁਰਮੁਖ ਟੀਕਾਕਾਰਾਂ ਨੇ ਇਹ ਹੀ ਕੀਤੇ ਆ ਕਿ ਜਿਹੜੀ ਆਤਮਿਕ ਅਵਸਥਾ ਗਵਾਚ ਜਾਏ, ਜਿਹੜੇ ਅੰਦਰ ਦੀ ਅਵਸਥਾ ਕਿਤੇ ਸਮੇਂ ਦੇ ਨਾਲ ਅਲੋਪ ਹੋ ਜਾਏ। ਪਾਰ ਬ੍ਰਹਮ ਪਰਮੇਸ਼ਵਰ ਜੀ
ਉਸ ਅਵਸਥਾ ਨੂੰ ਵੀ ਵਾਪਸ ਲੈ ਆਉਂਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਆ ਤੇ ਸੱਚੀ ਮੁੱਚੀ ਇਹ ਅਰਥ ਬੜੇ ਕਮਾਲ ਦੇ ਢੁੱਕਦੇ ਆ। ਜਿੰਨੇ ਵੀ ਸੰਸਾਰ ਦੇ ਵਿੱਚ ਇਨਸਾਨ ਨੇ, ਮੈਂ ਲਫ਼ਜ਼ ਇਕੱਲੇ ਸਿੱਖ ਨਹੀਂ ਵਰਤ ਰਿਹਾ, ਜਿਨ੍ਹਾਂ ਨੂੰ ਪਰਮਾਤਮਾ ਨੇ 5 ਤੱਤਾਂ ਦਾ ਇਹ ਚੋਲਾ ਦਿੱਤਾ ਹੈ, ਸਰੀਰ ਦਿੱਤਾ ਹੈ, ਹਰ ਬੰਦਾ ਜਿਹੜਾ ਹੈ ਆਪਣੇ ਜਨਮ ਤੋਂ ਪਹਿਲਾਂ ਕਿਸੇ ਅਮੋਲਕ ਵਸਤੂ ਨਾਲ ਜੁੜਿਆ ਹੋਇਆ ਸੀ। ਫਿਰ ਬੇਨਤੀ ਸੁਣਿਓ, ਸਿਰਫ 2 ਸ਼ਬਦ ਨੇ, ਗਈ ਬਹੋੜ। ਉਹ ਕੀ ਚੀਜ਼ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਿ ਜਿਹੜਾ ਸਾਡਾ ਇਹ ਜਿਹਨੂੰ ਆਪਾਂ ਸਰੀਰ ਜਦੋਂ ਬਣ ਰਿਹਾ ਸੀ, ਜਿਹੜੀ ਜੀਵ ਆਤਮਾ ਕਹਿ ਲਓ, ਸਾਡਾ ਅੰਦਰ ਜਿਹੜਾ ਹੈ, ਇਹ ਜਿੰਦਾ ਸੀ ਕੇਵਲ ਪਰਮਾਤਮਾ ਦੇ ਸਿਮਰਨ ਦੇ ਧਿਆਨ ਦੇ ਵਿੱਚ, ਉਸ ਅੱਗ ਵਿੱਚ ਸੀ। ਤੇ ਅੱਗ ਵਿੱਚ ਹੋਣ ਦੇ ਬਾਵਜੂਦ, ਪਾਣੀ ਦੇ ਇੱਕ ਬਲੈਡਰ ਵਿੱਚ ਹੋਣ ਦੇ ਬਾਵਜੂਦ, ਸੱਚ ਇਹ ਵੇ ਕਿ ਇਹਦੇ ਅੰਦਰ ਦੀ ਸੁਰਤ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ 'ਚ ਕਹੋ, ਸ਼ਬਦ 'ਚ ਕਹੋ, ਸਿਮਰਨ 'ਚ ਕਹੋ, ਉਹ ਪਰਮ ਸੱਤ ਦੇ ਨਾਲ ਇਹਦੀ ਸੁਰਤ ਜੁੜੀ ਹੋਈ ਸੀ। ਪਿਆਰਿਓ, ਉਹ ਬੜੀ ਕੀਮਤੀ ਵਸਤੂ ਸੀ ਇਨਸਾਨ ਦੇ ਕੋਲ। ਥੋੜਾ ਜਿਹਾ ਇਸ ਨੂੰ ਗਈ ਬਹੋੜ ਦੇ ਅਰਥ ਕਰਨ ਲਈ ਮਹਾਰਾਜ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਕਿ ਉਹ ਕਿਹੜੀ ਚੀਜ਼ ਸੀ ਜੀ? ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ। ਸਿਰ ਫਿਰ ਧਿਆਨ ਦਿਆ ਜੇ ਗੁਰਮੁਖੋ, ਮੈਂ ਗੱਲ ਵਾਰ-ਵਾਰ ਦੁਹਰਾ ਰਿਹਾ। ਗਈ ਬਹੋੜ ਕੀ ਹੈ? ਤੇ ਇਹਦਾ ਮਤਲਬ ਇਹ ਨਹੀਂ ਕਿ ਜੋ ਅਰਥ ਵਿਆਖਿਆ ਆਪਾਂ ਕਰ ਲੱਗੇ ਆ ਆਖਰੀ ਸੱਚ ਇਹ ਵੇ। ਜਿੰਨੀ ਕੁ ਸੋਝੀ ਦਾਤੇ ਦਿੱਤੀ ਤੇ ਮਨ ਸੇ ਉਹ ਕਿਵੇਂ ਚਲੀ ਗਈ ਜੀ, ਜਿਹਨੂੰ ਕਹਿ ਰਹੇ ਨੇ ਵਾਪਸ ਆ ਜਾਏ। ਉਹ ਅਵਸਥਾ ਸੀ ਪਹਿਲਾ ਪੈਰ ਸਾਡੀ ਜ਼ਿੰਦਗੀ ਦਾ, ਜਦੋਂ ਜੀਵ ਦਾ ਮਾਤਾ ਦੇ ਉਦਰ ਵਿੱਚ ਨਿਵਾਸ ਹੈ। ਮੈਂ ਉੱਥੇ ਲਫ਼ਜ਼ ਜੀਵ ਵਰਤ ਰਿਹਾ। ਗੁਰੂ ਸਾਹਿਬ ਜੀ ਨੇ ਵੀ ਵਣਜਾਰਾ ਮਿੱਤਰ ਕਿਹਾ। ਉਹਦਾ ਬਾਹਰਮੁਖੀ ਆ ਕੇ ਫਿਰਕਾ ਕੀ ਬਣ ਗਿਆ, ਧਰਮ ਕੀ ਬਣ ਗਿਆ, ਕਿ ਉਹਦੀ ਆਸਥਾ, ਉਹਦਾ ਭਰੋਸਾ ਕੀ ਬਣ ਗਿਆ। ਪਰ ਜਨਮ ਤੋਂ ਪਹਿਲਾਂ ਤਾਂ ਸਭ ਨਾਲ ਖੇਡ ਇੱਕੋ ਜੀ ਵਾਪਰੀ ਹੈ ਨਾ। ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਉਹਦੇ ਹੁਕਮ ਦੇ ਨਾਲ ਮਾਤਾ ਦੇ ਗਰਭ ਵਿੱਚ ਤੇਰਾ ਵਾਸ ਹੋ ਗਿਆ। ਉੱਥੇ ਇੱਕ ਬੜੀ ਕੀਮਤੀ ਚੀਜ਼ ਸੀ। ਉਹ ਮੈਂ ਸ਼ਬਦ ਚਲੋ ਚੀਜ਼ ਵਰਤ ਰਿਹਾ, ਪਦਾਰਥ ਕਹਿ ਲਓ, ਸੁਰਤ ਕਹਿ ਲਓ। ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਹਦੇ ਲਈ ਜਾਚਨਾ ਹੈ ਵਾਪਸ ਆ ਜਾਓ ਅਵਸਥਾ, ਉਹ ਸੁਰਤ, ਉਹ ਧਿਆਨ, ਉਹ ਅਰਦਾਸ ਮਿਲ ਜਾਏ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ। ਫਿਰ ਬੇਨਤੀ ਸੁਣਿਓ, ਜਿਹੜੀ ਚਲੀ ਗਈ ਉਹ ਧਿਆਨ ਜਿਹੜਾ ਸੀ, ਉਹ ਪਰਮ ਸੱਤ ਨਾਲ ਜਿਹੜੀ ਲਿਵ ਜੁੜੀ ਸੀ, ਜਿਹੜੀ ਵਾਹਿਗੁਰੂ ਜੀ ਦੇ ਨਾਲ ਲਗਾਤਾਰ ਸੰਪਰਕ ਬਣਿਆ ਸੀ। ਕਿਉਂਕਿ ਜਿਵੇਂ ਆਪਾਂ ਨੂੰ ਆ 2-4 ਘੜੀਆਂ ਸਵਾਸ ਨਾ ਆਉਣ, ਚਲੋ ਮੈਂ ਘੜੀ ਸ਼ਬਦ ਵਰਤ ਰਿਹਾ, ਕਿ ਬੰਦੇ ਦੀ ਮੌਤ ਹੋ ਜਾਂਦੀ ਹੈ, ਮਾਤਾ ਦੇ ਉਦਰ ਵਿੱਚ ਨਿਰੰਤਰਤਾ ਸੀ। ਜੇ ਇੱਕ ਖਿੰਨ ਵੀ ਇਸ ਜੀਵ ਦੀ ਲਿਵ ਟੁੱਟਦੀ ਤੇ ਲਿਵ ਟੁੱਟਣਾ ਇਹਦੇ ਵਜੂਦ ਦਾ ਨਸ਼ਟ ਹੋ ਜਾਣਾ ਸੀ। ਮਹਾਰਾਜ ਕਹਿੰਦੇ ਉੱਥੇ ਨਿਰੰਤਰ ਸਾਡੀ ਜਿਹੜਾ ਧਿਆਨ ਹੈ ਉਹ ਪਰਮੇਸ਼ਵਰ ਦੇ ਵਿੱਚ ਜੁੜਿਆ ਹੋਇਆ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ। ਨਾ ਮਿਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਂਗਾ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੈ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਭਇਆ ਗਰਭਾਸ। ਹੁਣ ਇੱਥੇ ਮਨ ਚ ਆਵੇਗਾ ਵੀ ਇੱਥੇ ਤਾਂ ਕੁਝ ਗਿਆ ਹੀ ਨਹੀਂ, ਪਰ ਮੈਂ ਬੇਨਤੀ ਤਾਂ ਕਰ ਰਿਹਾ ਵੀ ਉਹ ਅਵਸਥਾ ਜਿਹੜੀ ਜਨਮ ਤੋਂ ਪਹਿਲਾਂ ਵੀ ਸੀ। ਇਸੇ ਕਰਕੇ ਮਹਾਰਾਜ ਨੇ ਫਿਰ ਦੂਜੇ ਪੈਰ 'ਚ ਲਿਖਿਆ ਕਿ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਿਹੜਾ ਧਿਆਨ ਵਿਸਰ ਗਿਆ ਉਹ ਗਈ, ਉਹ ਸੁਰਤ ਜਿਹੜੀ ਜੁੜੀ ਹੋਈ ਸੀ ਜਦੋਂ ਟੁੱਟ ਗਈ, ਅਵਸਥਾ ਗਈ। ਮਹਾਰਾਜ ਕਹਿੰਦੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸੋਦਾ ਘਰ ਕਾਨ। ਜਿਵੇਂ ਜਸ਼ੋਦਾ ਜੀ ਕ੍ਰਿਸ਼ਨ ਨੂੰ ਨਚਾ ਰਹੇ ਨੇ, ਇਸੇ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਨਚਾ ਰਹੀ ਹੈ। ਮੇਰੀ ਬੇਨਤੀ, ਉਹ ਧਿਆਨ ਦੀ ਜਿਹੜੀ ਕਿਰਪਾ ਸੀ, ਇਹਨੂੰ ਥੋੜਾ ਜਿਹਾ ਹੋਰ ਭਾਈ ਸਾਹਿਬ ਨੇ ਤਾਂ ਹੋਰ ਵੀ ਇਹਦਾ ਖੁਲਾਸਾ ਬੜਾ ਵਧੀਆ ਕਰਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ
ਉਹ ਕਹਿੰਦੇ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਨਾ, ਮਨੁੱਖ ਮੇਲ ਫੀਮੇਲ, ਕੋਈ ਇਸਤਰੀ ਪੁਰਸ਼ ਕੋਈ ਜਾਮਾ ਮਿਲੇ, ਆਪਾਂ ਸਾਰੇ ਜਾਣਦੇ ਹਾਂ ਬੱਚਾ ਜਨਮ ਤੋਂ ਬਾਅਦ ਇਹ ਰੋਂਦਾ ਹੈ। ਮੈਂ ਤਾਂ ਬੇਨਤੀ ਕਰ ਰਿਹਾ, ਕਿਹੜੀ ਚੀਜ਼ ਗਵਾਚ ਗਈ ਜਿਹੜੀ ਰੱਬ ਦੁਬਾਰਾ ਲੈ ਆਉਂਦਾ ਹੈ? ਗਈ ਬਹੌੜ। ਅਸੀਂ ਬਾਹਰਮੁਖੀ ਵੀ ਅਰਥ ਦੇ ਕਰਾਂਗੇ। ਹੁਣ ਉਸ ਵਕਤ ਬੱਚੇ ਦਾ ਜਦੋਂ ਜਨਮ ਹੁੰਦਾ ਹੈ, ਆਪ ਸਭ ਨੂੰ ਪਤਾ ਹੈ ਕਿ ਬੱਚੇ ਦੀ ਤੰਦਰੁਸਤੀ ਦਾ ਪੈਮਾਨਾ ਕਹਿ ਲਓ ਇਹ ਹੈ ਕਿ ਜਨਮ ਤੋਂ ਬਾਅਦ ਜਾਂ ਜਨਮ ਵੇਲੇ ਬੱਚਾ ਰੋਂਦਾ ਹੈ। ਜੇ ਬੱਚਾ ਨਾ ਰੋਏ, ਡਾਕਟਰ, ਨਰਸ, ਦਾਈ ਉਹ ਸੋਚਦੀ ਹੈ ਬੱਚਾ ਤੰਦਰੁਸਤ ਤਾਂ ਹੈ, ਇਹ ਰੋਇਆ ਕਿਉਂ ਨਹੀਂ? ਸੱਚੀ ਮੁੱਚ ਉਹਨੂੰ ਰਵਾਇਆ ਵੀ ਜਾਂਦਾ ਹੈ। ਜਦੋਂ ਬੱਚਾ ਜਨਮ ਵੇਲੇ ਰੋਂਦਾ ਹੈ ਤੇ ਅਸੀਂ ਜਿਹੜੇ ਸੰਸਾਰੀ ਲੋਕ ਹਾਂ ਉਸ ਨੂੰ ਰੋਣਾ ਸੁਣ ਕੇ ਅਸੀਂ ਹੱਸਣ ਲੱਗ ਪੈਂਦੇ ਹਾਂ। ਬੜੀ ਵਿਪਰੀਤ ਜੀ ਖੇਡ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਬੜੀ ਵਾਰੀ ਆਪ ਜੀ ਨੇ ਇੱਥੇ ਗੁਰਮੁਖਾਂ ਤੋਂ ਸਰਵਣ ਕੀਤਾ ਹੋਣਾ। ਬੱਚਾ ਰੋ ਰਿਹਾ ਹੈ ਤੇ ਕੋਲ ਪਰਿਵਾਰ, ਦਾਦੀ, ਦਾਦਾ, ਨਾਨੀ, ਨਾਨਾ, ਜਿੰਨੇ ਬਾਕੀ ਜੀ ਨੇ ਪਰਿਵਾਰ ਦੇ, ਉਹ ਹੱਸਦੇ ਪਏ ਆ। ਭਾਈ ਸਾਹਿਬ ਕਹਿੰਦੇ ਆ, ਭਾਈ ਇਹਦੇ ਰੋਣ ਨਾਲ ਤੁਸੀਂ ਹੱਸ ਪਏ ਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਪਏ, ਵਧਾਈ ਹੋਵੇ ਜੀ, ਮੁਬਾਰਕਾਂ ਹੋਣ ਜੀ। ਕਹਿਣ ਲੱਗੇ ਘੱਟੋ ਘੱਟ ਉਹਦੇ ਤੋਂ ਤਾਂ ਪੁੱਛ ਲਓ ਜਿਹੜਾ ਰੋ ਰਿਹਾ ਹੈ, ਇਹਨੂੰ ਕੀ ਮੁਸ਼ਕਲ ਹੋ ਗਈ? ਕਿਉਂਕਿ ਇਹਦਾ ਜਨਮ ਹੋਇਆ, ਇਹ ਕਿਉਂ ਰੋ ਰਿਹਾ ਹੈ? ਅੱਗੋਂ ਫਿਰ ਭਾਈ ਸਾਹਿਬ ਨੇ ਆਪੇ ਉੱਤਰ ਦਿੱਤਾ। ਕਹਿਣ ਲੱਗੇ ਸੰਸਾਰ ਦੇ ਲੋਗੋ, ਆਪਾਂ ਹੱਸਨੇ ਆ, ਵਧਾਈਆਂ ਦਿੰਦੇ ਆ, ਬੱਚੇ ਦਾ ਜਨਮ ਹੋਇਆ ਹੈ ਉਹ ਇਸ ਕਰਕੇ ਰੋ ਰਿਹਾ ਹੈ ਕਿ ਪ੍ਰਮਾਤਮਾ, ਭਾਵੇਂ ਮੈਂ ਮਾਂ ਦੇ ਉਦਰ ਵਿਸਾਂ, ਪੁੱਠਾ ਲਟਕਿਆ ਸਾਂ, ਅੱਗ ਵਿਸਾਂ, ਪਾਣੀ ਵਿਸਾਂ, ਪਰ ਘੱਟੋ ਘੱਟ ਤੇਰੀ ਲੇਵ, ਤੇਰਾ ਧਿਆਨ, ਤੇਰਾ ਸਿਮਰਨ ਮੇਰੇ ਧੁਰ ਅੰਦਰ ਨਿਰੰਤਰ ਚੱਲਦਾ ਸੀ। ਅੱਜ ਤਾਂ ਰੋਣਾ ਪਿਆ, ਅੱਜ ਦੀ ਗਵਾਚੀ ਹੋਈ ਅਵਸਥਾ ਪਤਾ ਨਹੀਂ ਦੁਬਾਰਾ ਨਸੀਬ ਹੋਣੀ ਹੈ ਕਿ ਨਹੀਂ। ਮੈਂ ਤਾਂ ਬੇਨਤੀ ਕੀਤੀ, ਗਈ ਬਹੌੜ ਦਾ ਅਰਥ ਬਹੁਤ ਗਹਿਰਾ ਹੈ। ਭਾਈ ਸਾਹਿਬ ਜੀ ਦਾ ਬੋਲ ਹੈ, ਭਾਈ ਗੁਰਦਾਸ ਸਾਹਿਬ ਜੀ ਦਾ, ਰੋਵੇ ਰਤਨ ਗਵਾਏ ਕੈ। ਉਹ ਗਵਾ ਬੈਠਾ ਰਤਨ, ਗਈ ਬਹੌੜ, ਉਹ ਚਲੀ ਗਈ ਅਵਸਥਾ। ਰੋਵੇ ਰਤਨ ਗਵਾਏ ਕੈ, ਮਾਇਆ ਮੋਹ ਗੁਬਾਰਾ। ਉਹ ਪਿਆਰਿਓ, ਜਦੋਂ ਉਹ ਅਵਸਥਾ ਚਲੀ ਗਈ, ਉਹ ਰੋਵੇ ਦੁੱਖ ਆਪਣਾ ਖਾਸਸ ਗਾਵੇ ਸਭ ਪਰਿਵਾਰਾ। ਉਹ ਆਪਣਾ ਦੁੱਖ ਰੋ ਰਿਹਾ ਹੈ ਕਿ ਮੇਰਾ ਕੀਮਤੀ ਖਜ਼ਾਨਾ ਗਵਾਚ ਗਿਆ, ਤੇ ਸੰਸਾਰ ਜਿਹੜਾ ਉਹ ਵਧਾਈਆਂ ਦੇ ਰਿਹਾ ਹੈ। ਮੇਰੇ ਕਹਿਣ ਤੋਂ ਮੁਰਾਦ ਉਹ ਸੁਰਤ, ਉਹ ਅਵਸਥਾ ਜਿਹੜੀ ਗਵਾਚ ਜਾਏ, ਵਾਹਿਗੁਰੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰੀਏ, ਤੁਸੀਂ ਗਵਾਚੀ ਹੋਈ ਅਵਸਥਾ ਵੀ ਦੁਬਾਰਾ ਲੈ ਆਉਂਦੇ ਹੋ। ਉਹ ਸੁਰਤ ਦੀ ਇਕਾਗਰਤਾ। ਦੋ ਬਚਨ ਜੀ ਹੋਰ ਲੈ ਲੈਣੇ। ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਇੱਕ ਸ਼ਲੋਕ ਦਾ ਨੰਬਰ ਹੈ 153 ਤੇ ਇੱਕ ਹੈ 163। ਉਹ ਸ਼ਲੋਕ ਨੇ, ਉਹਦੇ ਵਿੱਚ ਉਹਨਾਂ ਦਾ ਇੱਕ ਬਚਨ ਤਾਂ ਹੈ, ਕਬੀਰ ਜੈਸੀ ਉਪਜੀ ਪੇੜ ਤੇ ਗਈ ਬਹੌੜ ਮੈਂ ਅਰਜ਼ ਕਰ ਲੱਗਾ। ਇਹਦੇ ਦੋ ਤਰੀਕਿਆਂ ਨਾਲ ਅਰਥ ਕੀਤੇ ਨੇ ਗੁਰਮੁਖ ਵਿਦਵਾਨਾਂ ਨੇ। ਜਦੋਂ ਰੁੱਖ ਜ਼ਮੀਨ ਚੋਂ ਨਿਕਲਦਾ ਹੈ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਗਏ ਔੜ, ਹੀਰਾ ਕਿਸਕਾ ਬਾਪੜਾ ਰਤ ਪੁਜੈ ਨ ਰਤਨ ਕਰੋੜ। ਇਸ ਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਆਖਰੀ ਅਰਥ ਗੁਰਮੁਖ ਵਿਦਵਾਨ ਇਹ ਕਰਦੇ ਆ ਕਿ ਜਦੋਂ ਇੱਕ ਬੀਜ ਵਿੱਚੋਂ ਅੰਕੁਰ ਨਿਕਲਦਾ ਹੈ, ਅਸੀਂ ਇਸ ਸ਼ਲੋਕ ਦੇ ਅਰਥ ਕਰ ਰਹੇ ਹਾਂ, ਤੇ ਉਹ ਆਪ ਜੀ ਦੇਖਦੇ ਹੋ ਉਹ ਰੁੱਖ ਜਦੋਂ ਬਣਨਾ ਸ਼ੁਰੂ ਕਰਦਾ ਹੈ ਤੇ ਕਿੰਨਾ ਉਹ ਕੋਮਲ ਹੁੰਦਾ ਹੈ। ਉਹਦੇ ਪੱਤੇ ਬੜੇ ਕੋਮਲ ਨੇ, ਉਹਦਾ ਰੰਗ ਬੜਾ ਚੰਗਾ ਲੱਗਦਾ ਹੈ। ਉਹ ਜਿਹੜੇ ਪਾਸੇ ਝੁਕਾਓ ਇੰਨਾ ਉਹ ਲਚਕੀਲਾ ਹੈ, ਖੱਬੇ ਸੱਜੇ ਨੀਵਾਂ ਉੱਚਾ ਜਿੱਧਰ ਝੁਕਾਓ ਉਹ ਨਿੱਕਾ ਜਿਹਾ ਪੇਡਾ ਉਧਰ ਝੁਕ ਜਾਂਦਾ ਹੈ। ਇੱਕ ਤਾਂ ਅਰਥ ਗੁਰਮੁਖਾਂ ਇਹ ਕੀਤੇ ਕਿ ਜਿਵੇਂ ਇੱਕ ਰੁੱਖ ਦੀ ਸ਼ੁਰੂਆਤ ਵੇਲੇ ਲਚਕੀਲਾਪਨ, ਨਿਮਰਤਾ, ਤਰੋ ਤਾਜ਼ਗੀ ਹੈ, ਜੇ ਇਸੇ ਤਰ੍ਹਾਂ ਤਰੋ ਤਾਜ਼ਗੀ ਰਹਿੰਦੀ ਮਰਦੇ ਦਮ ਤੱਕ, ਸੱਚ ਇਹ ਵੇ ਕਿ ਬੰਦੇ ਦੀ ਕੀਮਤ ਰਤਨਾਂ ਤੇ ਹੀਰਿਆਂ ਨਾਲ ਵੀ ਨਹੀਂ ਸੀ ਪੈ ਸਕਣੀ। ਸਿੱਧੇ ਅਰਥ ਇਹ ਕੀਤੇ ਗਏ। ਪਰ ਮੈਂ ਜਦੋਂ ਸਵੇਰੇ ਸਤਿਗੁਰਾਂ ਨੇ ਬਚਨ ਕੀਤਾ, ਮਨ 'ਚ ਸ਼ਲੋਕ ਆਇਆ, ਇਹਦੇ ਅਰਥ ਥੋੜਾ ਜਿਹਾ ਧਿਆਨ ਦੇ ਕੇ ਆਪ ਜੀ ਸੁਣਿਓ ਗੁਰਮੁਖੋ। ਕਿਉਂਕਿ ਜੇ ਰੁੱਖ ਦੇ ਅਰਥ ਵੀ ਲਈਏ, ਇੱਕ ਤਾਂ ਬਾਹਰਮੁਖੀ ਅਰਥ ਕਰ ਰਹੇ ਹਾਂ, ਪੇੜ, ਰਤਨ, ਹੀਰਾ, ਇਹ ਬਾਹਰਮੁਖੀ ਅਰਥ ਕਰਨੇ ਪੈਣਗੇ। ਹੁਣ ਜਦੋਂ ਇਹ ਰੁੱਖ ਨਿਕਲਦਾ ਹੈ, ਬਣਦਾ ਹੈ ਪੇਡਾ, ਅਰਜ਼ ਕੀਤੀ ਉਹਦੇ ਪੱਤੇ ਕਿੰਨੇ ਕੋਮਲ ਨੇ। ਆਪ ਜੀ ਦੇਖਿਓ ਇੰਨੇ ਸੋਹਣੇ ਲੱਗਦੇ ਨੇ ਅੱਖਾਂ ਨੂੰ, ਪਰ ਸਮਾਂ ਪਾ ਕੇ
ਉਹ ਪੱਤੇ ਜਦੋਂ ਅੱਤ ਦੇ ਖਰੇ ਹੋ ਜਾਂਦੇ ਆ, ਜਿਹੜੀ ਕੋਮਲਤਾ ਉਹਨਾਂ ਦੇ ਜਨਮ ਵੇਲੇ ਨਾ ਕੁਝ ਮਹੀਨਿਆਂ ਤੋਂ ਬਾਅਦ ਪੱਤਿਆਂ ਕੋਲ ਉਹ ਕੋਮਲਤਾ ਨਹੀਂ ਰਹਿੰਦੀ, ਉਹ ਖਰਵੇ ਜਿਹੇ ਹੋ ਜਾਂਦੇ ਆ ਜੀ। ਹੈ ਹਰੇ ਖੈਣ ਪਰ ਉਹ ਖਰਵੇ ਹੋ ਗਏ। ਹੁਣ ਉਹੀ ਪੱਤਾ ਕੋਈ ਸਮੇਂ ਦੇ ਬਾਅਦ ਰੰਗ ਬਦਲਦਾ ਹੈ ਤੇ ਪੀਲਾ ਹੋ ਕੇ ਪਾਣੀ ਨਾਲੋਂ ਟੁੱਟ ਜਾਂਦਾ ਹੈ। ਇਹਦਾ ਮਤਲਬ ਇੱਕ ਗੁਰਮੁਖ ਅਰਥ ਇਹ ਕਰਦੇ ਆ ਕਿ ਜਦੋਂ ਬੰਦਾ ਕਿਸੇ ਚੀਜ਼ ਨੂੰ ਸਭ ਤੋਂ ਪਹਿਲਾਂ ਮਿਲਦਾ ਹੈ ਨਾ ਜੀ, ਸੱਚੀ ਇਹ ਪ੍ਰਮਾਤਮਾ ਵਾਲੇ ਪਾਸੇ ਵੀ ਸੰਸਾਰੀ ਤੌਰ ਤੇ ਇੰਨਾ ਇਮੋਸ਼ਨਲ ਹੋ ਕੇ ਮਿਲਦਾ, ਪੁੱਛੋ ਕੁਝ ਨਾ, ਅੱਖਾਂ ਭਿੱਜੀਆਂ ਨੇ, ਹਟਕੋਰੇ ਲੈਂਦਾ ਹੈ। ਪਰ ਕੁਝ ਦਿਨਾਂ ਤੋਂ ਬਾਅਦ ਮਾਇਆਵੀ ਸੁਰਤ ਜਦੋਂ ਖਚਤ ਹੁੰਦੀ ਹੈ ਮਾਇਆ 'ਚ, ਉਹੀ ਜਿਹੜਾ ਨਾਮ ਲੈਂਦਿਆਂ ਹਟਕੋਰੇ ਭਰਦਾ ਸੀ, ਐਸਤਾ ਐਸਤਾ ਉਹਦੇ ਗਲੇ ਤੋਂ ਬਾਹਰ ਹੀ ਕੇਵਲ ਨਾਮ ਰਹਿ ਜਾਂਦਾ, ਅੰਦਰ ਕੋਈ ਅਸਰ ਹੀ ਨਹੀਂ ਹੁੰਦਾ। ਹੁਣ ਜਿਹੜੀ ਅਵਸਥਾ ਪਹਿਲਾਂ ਸੀ ਜਦੋਂ ਸ਼ੁਰੂਆਤ ਹੋਈ, ਉਹ ਅਵਸਥਾ ਸਮਾਂ ਪਾ ਕੇ ਬੰਦਿਆਂ ਦੀ ਚਲੀ ਗਈ। ਹਾਂ, ਹੁਲਾਰਾ ਜ਼ਰੂਰ ਮਿਲਿਆ, ਨੇਤਰ ਭਿੱਜੇ ਬਾਣੀ 'ਚ ਮਨ ਲੱਗਾ, ਚਿੱਤ ਨੇ ਕਿਹਾ ਬਸ ਨਾਮ ਤੋਂ ਬਿਨਾ ਕੁਛ ਨਹੀਂ। ਪਿਆਰਿਓ, ਉਹ ਲਚਕੀਲਾਪਣ, ਉਹ ਕੋਮਲਤਾ ਜਦੋਂ ਬਾਹਰ ਮੁਖੀ ਸਮੇਂ ਨੇ ਪ੍ਰਭਾਵ ਪਾਇਆ, ਜਿਵੇਂ ਪੱਤਾ ਕੋਮਲ ਤੋਂ ਖਰਵਾ ਹੋ ਜਾਂਦਾ ਹੈ, ਉਹੀ ਬੰਦਾ ਫਿਰ ਰੱਬ ਦੀ ਗੱਲ ਤਾਂ ਕਰਦਾ ਪਰ ਅੰਦਰੋਂ ਖਰਵਾ ਜਿਹਾ ਹੋਇਆ ਬੈਠਾ ਰਹਿੰਦਾ। ਹਜ਼ੂਰ ਨੇ ਇੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖੋ, ਪੱਤਾ ਜਿਹੜਾ ਹੈ ਉਹ ਕੋਮਲਤਾ ਲਚਕੀਲਾਪਣ ਰੁੱਖ ਉਹਦਾ ਮੁੱਕ ਸਕਦਾ ਹੈ, ਪਰ ਜਿਹੜਾ ਹੀਰਾ ਹੈ ਨਾ, ਜ਼ੋਰੀ ਸੱਜਣ ਜੇ ਸੁਣਦੇ ਹੋਣ, ਉਸ ਹੀਰੇ ਨੂੰ ਚਿਣੀ ਚਿਣੀ ਵੀ ਕਰ ਦਿਓ ਨਾ ਤਾਂ ਉਹ ਘਸਦਾ ਹੈ, ਪੱਥਰ ਘਸ ਜਾਏਗਾ, ਹੀਰੇ ਨੂੰ ਕਿਹੜਾ ਘਸਾ ਸਕਦਾ ਜੀ। ਉਹਦਾ ਟੁਕੜੇ ਕਰ ਦਿਓ, ਜੋ ਮਰਜ਼ੀ ਕਰ ਦਿਓ, ਉਹ ਆਪਣੇ ਗੁਣ ਨੂੰ ਕਦੀ ਨਹੀਂ ਛੱਡਦਾ। ਇੱਥੇ ਫਿਰ ਦੂਜਾ ਅਰਥ ਇਉਂ ਕਰਾਂਗੇ ਕਿ ਅਸਲ 'ਚ ਆਤਮਿਕ ਬਿਰਤੀ ਜਿਹੜੀ ਹੀਰੇ ਦੀ ਤਰ੍ਹਾਂ ਬਣ ਜਾਏ ਕਿ ਜਿਹਦੇ ਵਿੱਚ ਕੋਈ ਤਬਦੀਲੀ ਨਾ ਆਵੇ। ਇਸ ਤੋਂ ਅੱਗੇ ਕਬੀਰ ਸਾਹਿਬ ਹੋਰ ਫਿਰ ਗੱਲ ਕਰਨ ਲੱਗੇ, ਕਹਿਣ ਲੱਗੇ ਹੋ ਸਕਦਾ ਹੀਰਾ ਵੀ ਖੰਡਿਤ ਹੋ ਜਾਏ, ਪਰ ਜਿਸ ਬੰਦੇ ਦੇ ਅੰਦਰ ਉਹੋ ਜਿਹਾ ਪ੍ਰੇਮ ਬਣਿਆ ਰਹੇ ਜਿਹੜੀ ਸ਼ੁਰੂਆਤ ਸੀ, ਮਰਦੇ ਦਮ ਤੱਕ ਉਹ ਚਾਹ, ਉਹ ਉਮਾ, ਉਹ ਖੇੜਾ ਬੰਦਗੀ ਦਾ ਬਣਿਆ ਰਹੇ। ਕਹਿਣ ਲੱਗੇ ਕੀ ਰਤਨ ਤੇ ਕੀ ਹੀਰੇ, ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਜਿਹਦੀ ਆਤਮਿਕ ਅਵਸਥਾ ਸਦਾ ਥਿਰ ਰਹਿੰਦੀ ਹੈ। ਫਿਰ ਬੇਨਤੀ ਸੁਣਿਓ ਕਿ ਇਹਦਾ ਮਤਲਬ ਉਹ ਦਿਨ ਚਲੇ ਗਏ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੇ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਹੀਰਾ ਭਾਵੇਂ ਸਥਿਰ ਅਵਸਥਾ ਰੱਖਦਾ ਹੈ, ਪਰ ਸਮੇਂ ਨਾਲ ਹੋ ਸਕਦਾ ਉਹ ਖੰਡਿਤ ਹੋ ਜਾਏ, ਪਰ ਆਤਮਿਕ ਅਵਸਥਾ ਜਿਹੋ ਜੀ ਲਿਵ ਮਾਂ ਦੇ ਉਦਰ ਵੀ ਸੀ, ਜੇ ਕਿਤੇ ਮਰਦੇ ਸਮੇਂ ਵੀ ਲਿਵ ਉਸੇ ਤਰ੍ਹਾਂ ਰਹਿੰਦੀ ਜਿਵੇਂ ਜਨਮ ਲੈ ਕੇ ਪਹਿਲਾ ਸਾਹ ਤੂੰ ਲਿਵ ਚਲਿਆ, ਤੇ ਮਰਦਿਆਂ ਜੇ ਕਿਤੇ ਆਖਰੀ ਸਾਹ ਲਿਆ ਹੁੰਦਾ ਤੇ ਤੇਰੀ ਕੀਮਤ ਕੋਈ ਪੈ ਨਹੀਂ ਸਕਦੀ। ਉਸ ਅਵਸਥਾ ਨੂੰ ਕਾਇਮ ਰੱਖ ਦੋ। ਪਰ ਇੱਥੇ ਬੇਨਤੀ ਹੈ, ਨਿਰਾਸ਼ ਨਹੀਂ ਹੋਣਾ। ਅੱਜ ਗੁਰੂ ਸਾਹਿਬ ਨੇ ਬੜਾ ਧੀਰੀ ਦਿੱਤਾ, ਗਈ ਬਹੋੜ ਬੰਦੀ ਛੋੜ। ਮਹਾਰਾਜ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨ ਰਤਨ ਕਰੋੜ। ਦੂਸਰੀ ਬੇਨਤੀ ਇੱਕ ਹੋਰ ਮੈਂ ਕਰ ਦੇਣਾ, ਕਈ ਵਾਰੀ ਕੋਈ ਚੀਜ਼ ਗਵਾਚ ਜਾਏ ਨਾ ਜੀ, ਮਰ ਜਾਏ, ਪੈਸਾ ਮਰ ਜਾਏ, ਕੋਈ ਚੀਜ਼ ਗਵਾਚ ਜਾਏ, ਤੇ ਫਿਰ ਕਦੀ ਤੁਸੀਂ ਦੇਖਿਓ ਬੰਦਾ ਧਰਮ ਵਾਲੇ ਪਾਸੇ ਬੜੇ ਚਾਅ ਨਾਲ ਆਉਂਦਾ। ਇਹ ਅਸਲੀਅਤ ਹੈ। ਜਦੋਂ ਬੰਦੇ ਨੂੰ ਲੋਹਾ ਹੈ ਤਾਂ ਸਵਾਰਥੀ ਮਾਣੀ ਨਾ, ਜਦੋਂ ਲੋੜ ਪੈਂਦੀ ਏ ਗੁਰਮੁਖੋ ਉਦੋਂ ਪੁੱਛੋ ਕੋਈ ਨਾ, ਉਦੋਂ ਮੇਰਾ ਗੁਰੂ ਹੀ ਸਭ ਕੁਝ, ਮੇਰਾ ਪਰਮਾਤਮਾ ਹੀ ਸਭ ਕੁਝ, ਮੈਂ ਇੰਨੀ ਸੇਵਾ ਕਰਨਾ, ਮੈਂ ਇੰਨੀਆਂ ਮਾਲਾ ਜਪਣਾ, ਮੈਂ ਇੰਨੇ ਪਾਠ ਕਰਨਾ। ਤੇ ਜੇ ਕੰਮ ਨਿਕਲ ਜਾਏ, ਕਹਿੰਦਾ ਨਹੀਂ ਜੀ ਹੁਣ ਬਿਜੀ ਇੰਨੇ ਕੁ ਹੋ ਗਿਆ, ਹੁਣ ਤਾਂ ਨਿਤਨੇਮ ਦਾ ਵੇਲ ਵੀ ਨਹੀਂ ਮਿਲਦਾ। ਵਾਹ ਉਹ ਬੰਦਿਆ, ਜਦੋਂ ਤੇਰੇ ਪੱਲੇ ਕੁਛ ਨਹੀਂ ਸੀ ਉਦੋਂ ਤੂੰ ਬੇਨਤੀਆਂ ਅਰਦਾਸਾਂ ਕੀਤੀਆਂ, ਸ਼ਬਦ ਪੁੱਛਦਾ ਫਿਰਦਾ। ਆ ਮੈਂ ਜਦੋਂ ਕਥਾ ਤੋਂ ਬਾਹਰ ਨਿਕਲਣਾ ਨਾ ਜੀ, ਮੈਂ ਵੈਸੇ ਲਾਈਵ ਕਹਿਣਾ ਨਹੀਂ ਚਾਹੀਦਾ, ਬੀਬੀਆਂ ਭੈਣਾਂ ਕਈ ਮਿਲਦੇ ਆ, ਬੱਚੇ ਦੇ ਸਿਰ ਤੇ ਹੱਥ ਰੱਖੋ ਜੀ, ਬਾਬਾ ਜੀ ਅਰਦਾਸ ਕਰੋ। ਮੈਂ ਕਿ ਤੁਹਾਨੂੰ ਬੇਨਤੀ ਕਰਾਂ, ਜੇ ਇਸ ਦਰ ਤੇ ਆ ਕੇ ਵੀ ਬੰਦੇ ਦੇ ਸਿਰ ਹੱਥ ਸਿਰ ਤੇ ਰਖਾਣਾ, ਯਾਦ ਰੱਖਿਓ ਪੂਰੀ ਕਿਸੇ ਥਾਂ ਤੋਂ ਨਹੀਂ ਪੈਣੀ। ਬੜੀ ਮੈਂ ਸਖਤੀ ਸ਼ਬਦ ਕਹਿ ਰਿਹਾ, ਮੈਂ ਵੀ ਆਇਆ, ਤੁਸੀਂ ਵੀ ਆਇਓ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਤੇ ਜੇ ਇਹਦੇ ਵਰਗਾ ਥਾਂ ਕੋਈ ਨਹੀਂ, ਫਿਰ ਬੰਦੇ ਦੀ ਆਸ ਮਤ ਰੱਖੋ। ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੀਏ, ਬਾਣੀ ਪੜ੍ਹੀਏ, ਖੱਤੀ ਸੇਵਾ ਕਰੀਏ, ਸਿਮਰਨ ਕਰੀਏ। ਫਿਰ ਹੀ ਮੇਰੀ ਬੇਨਤੀ ਹੈ, ਬੰਦਾ ਜਦੋਂ ਕੋਈ ਚੀਜ਼ ਪ੍ਰਾਪਤ ਕਰਨੀ ਹੁੰਦੀ ਉਦੋਂ ਬੜੀਆਂ ਅਰਦਾਸਾਂ ਬੇਨਤੀਆਂ ਕਰਦਾ, ਤੇ ਕਰਨੀ ਵੀ ਚਾਹੀਦੀ। ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ।
कहो बिनंती अपने सतगुर पाहे, काज तुम्हारे दे निभाखे। बेनती करिए मालक तू साडी लोड़ पूरी कर, पर बेनती है लोड़ पूरी हो जाए फिर ओना पाठ क्यों नहीं करता जिन्ना लोड़ वेले कीता, ओना झाड़ू पोचा क्यों नहीं लांदा जिन्नी लोड़ वेले कीता। ਇਹਦਾ मतलब तेरे अंदर लालच सी, तेरे अंदर प्रेम नहीं, तू लालच दे अधीन इमोशनल होके रोई जांदा से। गरीब नू रख लै, जिदन तेरा लालच पूरा हो गया तेरियां अखां ही बदल गईयां, अखां 'च पानी कित्थे होना। महाराज ने क्या कबीर काम पर खर सिमरी है, ऐसा सिमरो नित। गई बहौड़ मैं अर्ज कर रहा, जे काम पैंदा तू चेते कर रहा परमात्मा, काम पर खर सिमरी है ऐसा सिमरो नित। अमरापुर बासा करो खर गया बहोरै बित। एक तां तेनू अमरापुर रब दे घर च थां मिलूगी, वो बंदिया दूजा जिहड़ा तेरा बितदार ते खजाना पैसा डुब गया मर गया, तू वाहिगुरू दे चरनां च बेनती कर, तेरे मरे हुए धन नूं भी वापस लै आवेगा। इहदा भाव अर्थ जेड़ी तेरी सुरत जेड़ी तेरी लिव बंदगी च जुड़ी हुई गवाच गई है ना, तू बेनती कर गुरु तेरी उस गवाची हुई सुरत नूं भी वापस लै आएगा। मैं इत्थे थोड़ी जी तां इस गल ते जोर दिता कि गई बहोड़, हुण एक घटना असीं लै लैने आ, ये सारी कथा सौखी होर सरल हो जाएगा काम। गल सिर्फ कथा का मतलब एक है कि जिहड़ा शब्द आया है आपां ओहदी विचार करनी। मैं उंज हर साल बेनती करना कि मंजी साहिब दी शब्द दी कथा शब्द दी ही कथा रहन दईए प्लीज़। मेरी फिर अर्ज है, गुरु ने जो हुक्म दिता ਉਹਦੇ हुक्म के दायरे विच रह के आप चलीए। हजूर सच्चे पातशाह महाराज जी ने इत्थे एक घटना वापरी अमृतसर गुरु साहब के वेले, तो सब नूं चेते वे। कदी अवस्था सी शब्द रह गए पर अवस्था गवाच गई। आप सब नूं पता है कि गुरु अर्जुन देव महाराज जिथे अज हरमंदर साहिब है ना जी, जदों सरोवर नहीं सी अजे पट्टिया, गुरु रामदास जदों आए सन, कुछ विद्वान ये कहते ने इस जगह ते गुरु रामदास जी शब्द कीर्तन इत्थे दीवान लगदा हुंदा सी। बाद विच हरमंदर साहिब बनदा है ना जी, गुरु अर्जुन देव बनवांदे आ, इत्थे कीर्तन शब्द हुंदा सी, रोजाना दीवान सजने। गुरु अर्जुन देव दा वेला वाया, आप सब नूं पता है कि भाई सत्ता जी ते भाई बलवंड जी, उंज वैसे विद्वान कहंदे आ राय दी पदवी गुरु अंगद देव वल्लों मिली कोई सी बलवंड जी नूं, क्योंकि जदों असीं वार पढ़ने हैं ना, रामकली की वार राय बलवंड तथा सत्य डूम आखी, राय दी पदवी मिली। कोई सज्जन गुरु अर्जुन देव का जिक्र करते आ, पर राय की पदवी सी। एडे सोहने कमाल दे गवैये सन, ये रबाबी सन गुरु घर दे। मैं ज़्यादा डिटेल च नहीं, किन्ने कमाल का कीर्तन करना जी, संगत ऐ सुन हो जाना कीर्तन जदों होना, पर समय का कोई पता नहीं हुंदा प्यारिओ। मैं एक दिन क्या सी कि दुध कट्ठा कीता होवे, भाई साहब भाई गुरदास साहब दे बचन ने, मझां नूं चरा के गावां नूं चरा के दुध कट्ठा कीता होवे, ऐ भांडा टप दुध दा भर के रखिया होवे ते ओहदे विच एक कांजी दी बूंद सट दिओ ना, वो दुध सारा फट जांदा है। दुध एक कांजी दी बूंद नाल फट जांदा है। रूह भावें कई सालां दा इकट्ठा कीता होवे, एक निक्की जी चिनग विच रख दिओ ते सालां दा इकट्ठा कीता रूह सड़ के सवाह हो जांदा है। आ शरीर 70 72 50 साल 100 साल कहो, इन्ना कोई शरीर पलिया होवे, एक निक्का जिहा जहर दा थोड़ा जिहा हिस्सा जीव ते रखो ते बंदा मर जांदा है। कई बारी कीते हुए जिहड़े गुण ने ना, ਉਹਦੇ ਵਿੱਚ ਹੰਕਾਰ ਦੀ ਨਿੱਕੀ ਜੀ ਬੂੰਦ ਪੈ ਦੇ, ਉਹ ਗੁਣਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੀ ਹੈ, ਕਿਸੇ ਪੱਖ ਤੋਂ ਵੀ ਹੋਵੇ। ਹੁਣ ਉਹ ਕੀਰਤਨ ਕਰ ਰਹੇ ਆ, ਪਰ ਯਾਦ ਰੱਖੋ ਵਿਸ਼ਾ ਆਪਣਾ ਇਹ ਗਈ ਬਹੌੜ, ਕਿੰਨੇ ਕਮਾਲ ਦਾ ਕੀਰਤਨ ਕਰਦੇ ਨੇ ਦੋਨੋਂ। ਚਲੋ ਇਹ ਬਿਰਤੀ ਆ ਗਈ ਨਾ ਕਿ ਮਹਾਰਾਜ ਜੀ ਦੇ ਅੱਗੇ ਪਏ ਹੋਏ ਮਾਇਆ ਨੂੰ ਭੇਟਾਂ ਨੂੰ ਵੇਖ ਕੇ ਆਏ, ਇਹ ਹੀ ਮੇਰੇ ਘਰ ਆ ਜਾਏ। ਨਹੀਂ ਪਿਆਰਿਓ, ਯਾਦ ਰੱਖਿਓ, ਜਿਹੜੇ ਬੰਦਿਆਂ ਨੂੰ ਗੁਰੂ ਕੀ ਗੋਲਕ ਦੀ ਝਾਕ ਪੈ ਜਾਏ, ਉਹਨਾਂ ਦੀਆਂ ਪੁਸ਼ਤਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਸੱਚਾਈ, ਇਹ ਸਮਾਂ ਕਦੀ ਇਹ ਗੁਰੂ ਮੌਕੇ ਦਿੰਦਾ, ਬੰਦਾ ਹੁਣ ਬੰਦਾ ਬਣ, ਹੁਣ ਬਣ, ਹੁਣ ਬਣ।
ਜਦੋਂ ਬੰਦਾ ਨਾ ਹੀ ਸੁਧਰੇ ਨਾ, ਯਾਦ ਰੱਖਿਓ ਸਿਰ ਤੋਂ ਪਾਣੀ ਲੰਘ ਜਾਏ ਫਿਰ ਕਰਤਾ ਆਪਣੇ ਫੈਸਲੇ ਸੁਣਾਉਂਦਾ ਹੈ। ਸਿਰਫ ਇੰਨੀ ਧਿਆਨ ਆ ਗਿਆ ਜੇ ਇਹ ਸਾਡੇ ਕੋਲ ਹੁੰਦੀ, ਇਹੀ ਕਹਿ ਦਿੱਤਾ ਸਾਨੂੰ ਇਹ ਚਾਹੀਦੀ ਹੈ, ਮੈਂ ਮੁੱਕ ਦੀ ਗੱਲ ਕੀ, ਉਹ ਵਿਟਰ ਗਏ ਜੀ, ਉਨੀ ਮਾਇਆ ਨਹੀਂ ਹੋ ਸਕੀ, ਸ਼ਾਦੀ ਸੀ। ਹੁਣ ਇਹ ਗੱਲ ਯਾਦ ਰੱਖਿਓ ਜਿਹੜੀ ਮੈਂ ਅਰਜ਼ ਕਰਨ ਲੱਗਾ, ਗਈ ਬਹੋੜ ਕਿ ਜਦੋਂ ਮਹਾਰਾਜ ਜੀ ਨੂੰ ਉਹਨਾਂ ਨੇ ਸ਼ਬਦ ਕਹੇ, ਦੇਖੋ ਜੀ ਆਦ ਗੁਰੂ ਸਾਹਿਬ ਜੀ ਬਾਰੇ ਬੋਲੇ, ਜੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤੇ ਕੌਣ ਜਾਣਦਾ ਉਹਨਾਂ ਨੂੰ। ਇਹੀ ਸ਼ਬਦ ਕਹੇ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਫਿੱਟ ਗਏ ਨੇ, ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ, ਜਿਹੜਾ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਤੇ ਮੈਂ ਆਪ ਨੂੰ ਪਿਛਲੇ ਸਾਲਾਂ 'ਚ ਅਰਜ਼ ਕੀਤੀ ਸੀ, ਨਸ਼ਰ ਇੱਕ ਸਜ਼ਾ ਹੁੰਦੀ ਹੈ ਜੀ। ਉਂਝ ਵੈਸੇ ਅਸੀਂ ਲਫ਼ਜ਼ ਨਸ਼ਰ ਵਰਤ ਦਿੰਦੇ ਹਾਂ ਕਿ ਨਸ਼ਰ ਕਰਨ ਦਾ ਮਤਲਬ ਸੀ ਉਸ ਵੇਲੇ ਕਿ ਗਧੇ ਤੇ ਬਿਠਾਣਾ, ਮੂੰਹ ਤੇ ਕਾਲਖ ਮਲਣੀ, ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਦੇਣਾ, ਨਸ਼ਰ ਕਰਨਾ ਸ਼ਬਦ ਵਰਤਦੇ ਸਨ। ਨਸ਼ਰ ਕੀਤਾ ਜਾਏਗਾ, ਚਲੇ ਗਏ। ਇਹੀ ਕਿਹਾ ਜਿੱਥੇ ਬੈਠਾਂਗੇ ਕੀਰਤਨ ਕਰਾਂਗੇ। ਹੁਣ ਇਹ ਗੱਲ ਧਿਆਨ ਨਾਲ ਮੇਰੀ ਸੁਣਿਓ, ਉਹਨਾਂ ਨੂੰ ਬਾਣੀ ਨਹੀਂ ਭੁੱਲੀ, ਰਬਾਬ ਦੀਆਂ ਤਾਰਾਂ ਤਰਬਾਂ ਨਹੀਂ ਭੁੱਲੀਆਂ, ਉਹਨਾਂ ਨੂੰ ਰਾਗ ਨਹੀਂ ਭੁੱਲੇ, ਉਹਨਾਂ ਨੂੰ ਆਸਾ ਕੀ ਵਾਰ ਪੜਤਾਲ ਗਾਇਕੀ ਬਿਲਕੁਲ ਨਹੀਂ ਭੁੱਲੀ। ਪਰ ਕੀ ਕਾਰਨ ਕਿ ਉਹਨਾਂ ਦੀ ਗਾਇਕੀ ਵਿੱਚ ਸ਼ਬਦ ਵੀ ਹੋ ਤੇ ਬੰਦੇ ਵੀ ਹੋ, ਪਰ ਹਕੀਕਤ ਇਹ ਵੇ ਕਿ ਅੰਦਰੋਂ ਰਸ ਸੁੱਕ ਗਿਆ। ਕਿਉਂ? ਕਿਉਂਕਿ ਜਿਹੜੀ ਅੰਦਰ ਦੀ ਅਵਸਥਾ ਗੁਰੂ ਨੇ ਕੀਰਤਨ ਵੀ ਦਿੱਤੀ ਹੋਈ ਸੀ ਉਹ ਅੰਦਰੋਂ ਜਾ ਚੁੱਕੀ ਹੈ। ਇਹਨੂੰ ਫਿਰ ਥੋੜਾ ਜਿਹਾ ਸਮਝਣ ਲਈ ਕਿਸੇ ਇੱਕ ਬਚਨ ਲੈਨੇ ਆ ਗੁਰੂ ਗ੍ਰੰਥ ਸਾਹਿਬ ਚੋਂ। ਇਹ ਵੀ ਭਗਤ ਕਬੀਰ ਸਾਹਿਬ ਦੇ ਸ਼ਲੋਕ ਹੈ ਜੀ। ਅੰਬ ਵਿਸਾਖ ਵਿੱਚ ਬੂਰ ਪੈਂਦਾ ਹੈ, ਜੇਠ ਹਾੜ 'ਚ ਹਨੇਰੀਆਂ ਚੱਲਦੀਆਂ ਸਨ ਪਹਿਲਾਂ, ਅੱਜ ਕੱਲ੍ਹ ਨਹੀਂ ਇੰਨੀਆਂ, ਉਹ ਅੱਧਾ ਕੁ ਬੂਰ ਝਾੜ ਜਾਂਦੀਆਂ ਸਨ। ਜਦੋਂ ਇਹ ਪੂਰਾ ਹਨੇਰ ਆਉਂਦਾ ਸੀ, ਕਈ ਵਾਰੀ ਇੰਨੀ ਤੇਜ਼ ਹਵਾ ਆਉਣੀ ਕਿ ਅੰਬ ਦੇ ਫਲ ਨੂੰ ਝਟਕਾ ਲੱਗਣਾ। ਉਹ ਨਿੱਕੀ ਜੀ ਕੱਚੀ ਅੰਬੀ ਉੱਤੋਂ ਟਾਹਣੀ ਨਾਲ ਜੁੜੀ ਰਹਿੰਦੀ ਸੀ, ਝਟਕਾ ਵੱਜਣ ਨਾਲ ਥੱਲਿਓਂ ਟੁੱਟ ਜਾਂਦੀ ਸੀ ਵਿੱਚੋਂ। ਛਿੱਲੜ ਉਹਦੀ ਛਿਲਕਾ ਜੁੜਿਆ ਪਰ ਅੰਦਰੋਂ ਟੁੱਟ ਗਈ। ਉਹਦੇ ਵਰਗੇ ਅੰਬ ਜਿਹੜੇ ਝਟਕੇ ਨੂੰ ਸਹਿ ਗਏ, ਤੂਫਾਨ ਦੇ ਝਟਕੇ ਵਿੱਚ ਉਹ ਅੰਦਰੋਂ ਟੁੱਟੇ ਨਹੀਂ। ਮੇਰੀ ਫਿਰ ਬੇਨਤੀ ਸੁਣੋ, ਆਪ ਜੀ ਨੇ ਦੇਖਿਆ ਹੋਣਾ ਕਿ ਰੁੱਖ ਨਾਲ ਕੁਝ ਅੰਬੀਆਂ ਜਦੋਂ ਸੁੱਕ ਜਾਣ ਅੰਦਰੋਂ, ਬਾਹਰੋਂ ਉਹ ਛਿੱਲੜ ਕਰਕੇ ਜੁੜੀਆਂ ਨੇ, ਛਿਲਕੇ ਕਰਕੇ ਜੁੜੀਆਂ ਨੇ, ਪਰ ਅੰਦਰ ਉਹਨਾਂ ਦੇ ਰਸ ਨਹੀਂ ਬਣਦਾ। ਤੇ ਜਿਸ ਦਿਨ ਮਾਲੀ ਤੋੜਨ ਲੱਗਦਾ ਹੈ, ਉਸ ਦਿਨ ਜਿਹੜੇ ਅੰਦਰੋਂ ਤੇ ਬਾਹਰੋਂ ਅੰਬ ਜੁੜੇ ਨੇ ਉਹਨਾਂ 'ਚ ਰਸ ਭਰਦਾ ਹੈ। ਜਿਹੜੇ ਬਾਹਰੋਂ ਜੁੜੇ ਰਹਿਣ ਅੰਦਰੋਂ ਟੁੱਟ ਜਾਣ, ਉਹ ਲੱਗੇ ਟਾਹਣੀ ਨਾਲ ਰਹਿੰਦੇ ਨੇ, ਪੱਥਰ ਦੀ ਤਰ੍ਹਾਂ ਕਠੋਰ ਹੋ ਜਾਂਦੇ ਨੇ। ਬਸ ਆਹੀ ਜਦੋਂ ਅੰਦਰ ਦੀ ਅਵਸਥਾ ਗਵਾਚ ਜਾਏ ਨਾ, ਬੇਨਤੀ ਸੁਣਿਓ, ਕਬੀਰ ਸਾਹਿਬ ਨੇ ਕਿਹਾ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ, ਜੋ ਬੀਚ ਨਾ ਖਾਹੀ ਕਾਂਬਾ। ਝਟਕਾ ਨਹੀਂ ਵੱਜਾ ਉਹਨਾਂ ਨੂੰ, ਉਹ ਖਸਮ ਦੇ ਪਹੁੰਚ ਗਏ। ਕਈ ਵਾਰੀ ਇਹ ਸੱਚ ਹੈ, ਆਮ ਜਪਣ ਵਾਲੇ ਨਾਲ ਵੀ ਇਹ ਵਾਪਰ ਜਾਂਦਾ ਹੈ। ਬਾਹਰ ਮੁਖੀ ਨਿਤਨੇਮ ਕਰਦਾ ਹੈ, ਕੀਰਤਨ ਵੀ ਕਰਦਾ ਹੈ, ਸੁਣਦਾ ਵੀ ਏ, ਬਾਹਰੋਂ ਸੱਚੀ ਮੁੱਚੀ ਹੱਠ ਕਰਕੇ ਵਿਚਾਰਾ ਜੁੜਿਆ ਹੈ, ਪਰ ਅੰਦਰੋਂ ਤਾਰ ਵਾਸ਼ਨਾ ਕਰਕੇ ਟੁੱਟ ਜਾਂਦੀ ਏ। ਪਿਆਰਿਓ ਯਾਦ ਰੱਖਿਓ, ਉਹ ਰਸ ਕੋਈ ਨਹੀਂ ਬਣਦਾ। ਹੁਣ ਜੇ ਕਹੇ ਜੀ ਬਾਣੀ 'ਚ ਰਸ ਕੋਈ ਨਹੀਂ ਹੋਇਆ, ਕਈ ਵਾਰੀ ਸਾਡੇ ਸੱਜਣ ਕਹਿ ਦਿੰਦੇ ਆ ਨਾ ਜੀ, ਦੇਖੋ ਜੀ ਨਿਤਨੇਮ ਕਰ ਰਹੇ ਆ, ਪਤਾ ਨਹੀਂ ਬਾਣੀ 'ਚੋਂ ਰਸ ਨਹੀਂ ਆ ਰਿਹਾ। ਸਭ ਤੋਂ ਪਹਿਲੀ ਗੱਲ ਇਹ ਬੈਣ ਕਹਿਣੀ ਬੰਦ ਕਰੀਏ, ਇਹ ਬੇਲਫ਼ਜ਼ ਨੂੰ ਸੁਣਿਓ ਕਿ ਬਾਣੀ 'ਚੋਂ ਰਸ ਨਹੀਂ ਆ ਰਿਹਾ ਜੀ, ਅੱਜ ਕੱਲ੍ਹ ਨਿਤਨੇਮ 'ਚੋਂ ਰਸ ਨਹੀਂ ਆ ਰਿਹਾ। ਇਹ ਸਭ ਤੋਂ ਵੱਡਾ ਝੂਠ, ਬੇਅਦਬੀ ਭਰਿਆ ਸ਼ਬਦ ਹੈ। ਇਹਦਾ ਮਤਲਬ ਕਿ ਬਾਣੀ ਵਿੱਚ ਕੋਈ ਨੁਕਸ ਪੈ ਗਿਆ, ਤੂੰ ਬਿਲਕੁਲ ਠੀਕ ਸੈ, ਬਾਣੀ ਦਾ ਸਵਾਦ ਫਿੱਕਾ ਪੈ ਗਿਆ। ਇਹ ਕਹਿਣਾ ਸ਼ੁਰੂ ਕਰੀਏ, ਮੇਰਾ ਮਨ ਰੋਗੀ ਹੋ ਗਿਆ, ਅੱਜ ਕੱਲ੍ਹ ਰਸ ਨਹੀਂ ਮਾਣ ਰਿਹਾ। ਰਸ ਨਾ ਹੋਣਾ ਤੇ ਰਸ ਨਾ ਮੰਨਣਾ ਬੜਾ ਫਰਕ ਹੈ। ਕਹਿ ਦੇਣਾ ਜੀ ਨਹੀਂ ਅੱਜ ਕੱਲ੍ਹ ਬਾਣੀ 'ਚੋਂ ਰਸ ਨਹੀਂ ਆ ਰਿਹਾ, ਉਹ ਪਿਆਰਿਓ ਬਾਣੀ ਹਰ ਵਕਤ ਹੀ ਰਸ ਭਰਪੂਰ ਹੈ। ਜੇ ਰਸ ਨਹੀਂ ਆ ਰਿਹਾ ਤੇ ਚੇਤੇ ਰੱਖੀ, ਤੈਨੂੰ ਕਿਤੇ ਝਟਕਾ ਵੱਜ ਗਿਆ ਕਿਸੇ ਵਾਸ਼ਨਾ ਦਾ, ਤੈਨੂੰ ਕਾਂਬਾ ਪੈ ਗਿਆ ਅੰਦਰੋਂ ਉਸ ਅੰਬ ਦੀ ਤਰ੍ਹਾਂ। ਮੈਂ ਬੇਨਤੀ ਕਰਾਂ, ਅੰਦਰ ਬੰਦੇ ਦਾ ਸੁੱਕ ਜਾਂਦਾ ਜੀ, ਬਾਹਰੋਂ ਭਾਵੇਂ ਉਹ ਫਿਰ ਖਰਵਾ ਜਿਹਾ ਹੋ ਜਾਂਦਾ, ਰੁੱਖਾ ਜਿਹਾ ਹੋ ਜਾਂਦਾ ਹੈ, ਕੁਰਜੀ ਜਾਂਦਾ, ਜਣੇ ਖਣੇ ਨੂੰ ਪਈ ਜਾਂਦਾ। ਮਹਾਰਾਜ ਕਹਿੰਦੇ ਆ ਫਿਰ ਅਰਦਾਸ ਕਰ, ਰੱਬ ਮਿਹਰ ਕਰੇ ਤੇਰੀ ਉਹ ਬੰਦਗੀ ਵਾਲੀ ਦਾਤ ਵਾਪਸ ਆ ਜਾਏ। ਹੁਣ ਇਹ ਭਾਈ ਸਾਹਿਬ ਹੁਣੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਮੈਂ ਵੇਖੋ ਅਦਬ ਨਾਲ ਨਾਂ ਲਾਂਗਾ,
ਐਵੇਂ ਇਹ ਸ਼ਬਦਾਂ ਨੂੰ ਨਾ ਬੇਅਦਬੀ ਕਰਿਆ ਕਰੀਏ ਜੀ। ਇਹ ਤੇ ਫਲਾਣਾ ਸੱਤਾ ਬਲਵੰਡ ਬਣ ਗਿਆ ਜੀ। ਉਹ ਭਾਈ ਸੱਤਾ ਬਲਵੰਡ ਕਿੰਨੇ ਬਣ ਜਾਣਾ, ਉਹ ਤੇ ਬਾਣੀ ਦੇ ਉਚਾਰਨ ਕਰਤਾ ਬਣ ਗਏ ਸਨ, ਕਿਉਂਕਿ ਅਸੀਂ ਖਹਿੜਾ ਨਹੀਂ ਛੱਡਦੇ ਨਾ ਉਗਣ ਦਾ। ਭਾਈ ਸਾਹਿਬ ਨਹੀਂ, ਉਹਨਾਂ ਕੋਲ ਕੀਰਤਨ ਹੈ, ਉਹਨਾਂ ਕੋਲ ਸ਼ਬਦ ਚੇਤੇ ਨੇ, ਰਾਗ ਹੈ, ਪਰ ਅੰਦਰ ਦਾ ਰਸ ਮੁੱਕ ਗਿਆ, ਰਸ ਨਹੀਂ ਰਿਹਾ, ਕੋਈ ਨਹੀਂ ਸੁਣ ਰਿਹਾ। ਹਾਂ, ਗੁਰੂ ਬੜੇ ਸਮਰੱਥ ਨੇ। ਭਾਈ ਲੱਦਾ ਜੀ ਵਾਪਸ ਲੈ ਕੇ ਆ ਗਏ ਇੱਥੇ। ਅੱਜ ਜਿੱਥੇ ਆਪ ਜੀ ਬੈਠੇ ਹੋ, ਇਸੇ ਨਗਰ 'ਚ, ਇਸੇ ਥਾਂ ਤੇ ਗਧੇ ਤੇ ਚੜ੍ਹ ਕੇ ਆਏ, ਨਸ਼ਰ ਕਰਕੇ ਆਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਹਰ ਆਏ, ਸਤਿਗੁਰਾਂ ਨੇ ਭਾਈ ਲੱਦਾ ਜੀ ਨੂੰ ਦੇਖਿਆ, ਉਹਨਾਂ ਦੇ ਨੇਤਰ, ਉਹਨਾਂ ਦਾ ਚਿਹਰਾ ਲਾਹੌਰ ਤੋਂ ਆਏ ਸਨ। ਸਤਿਗੁਰਾਂ ਦੇ ਨੇਤਰ ਭਿੱਜ ਗਏ। ਕਹਿਣ ਲੱਗੇ, ਆਹ ਕੀ ਕੀਤਾ ਤੁਸਾਂ ਨੇ? ਕਹਿਣ ਲੱਗੇ, ਸਤਿਗੁਰੂ ਤੇਰਾ ਸਿੱਖ ਆ ਨਾ, ਤੇ ਸਿੱਖ ਦਾ ਫਰਜ਼ ਹੈ ਪਹਿਲਾਂ ਗੁਰੂ ਦਾ ਹੁਕਮ ਮੰਨੇ। ਆਇਆ ਹਾਂ ਲੈ ਕੇ ਮੈਂ ਨਾਲ। ਪਿੱਛੇ ਦੋਨੋਂ ਭਰਾ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਲੈ ਕੇ ਆਇਆ। ਮਹਾਰਾਜ ਬਿਰਹਾ ਵਿੱਚ ਸਨ, ਭਾਵਕ ਬਹੁਤ ਸਨ। ਭਾਈ ਲੱਦਾ ਜੀ ਨੂੰ ਦੇਖ ਕੇ ਕਹਿਣ ਲੱਗੇ, ਤੁਹਾਨੂੰ ਪਤਾ ਹੈ, ਤੁਹਾਨੂੰ ਇਹ ਸਮਝ, ਇਹਨਾਂ ਨੇ ਗਲਤੀ, ਇਹਨਾਂ ਨੇ ਗੁਨਾਹ ਕੀ ਕੀਤਾ? ਈਸ਼ ਨਿੰਦਾ ਹੈ। ਗੁਰਮੁਖੋ, ਜਿਹੜਾ ਸਿੱਖ ਆਪਣੀ ਗੁਰੂ ਦੀ ਨਿੰਦਿਆ ਸ਼ੁਰੂ ਕਰਦਾ, ਯਾਦ ਰੱਖੋ ਉਸ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ। ਉਹ ਵਿਦਵਤਾ ਦੇ ਚਾਅ 'ਚ ਗੁਰੂ ਹੀ ਨਿੰਦੀ ਜਾਂਦਾ ਹੈ। ਮਹਾਰਾਜ ਨੇ ਕਿਹਾ, ਤੁਹਾਨੂੰ ਪਤਾ ਹੈ ਨਾ ਕੀ ਕੀਤਾ? ਉਸ ਵਕਤ ਭਾਈ ਲੱਦਾ ਜੀ ਦੇ ਬਚਨ ਸੁਣਨ ਵਾਲੇ ਨੇ ਕਹਿਣ ਲੱਗੇ, ਸਤਿਗੁਰੂ ਪਤਾ ਹੈ ਤੇਰੇ ਦਰ ਤੋਂ ਫਿਟਕਿਆਂ ਹੋਇਆਂ ਦਾ, ਇਹ ਲਫ਼ਜ਼ ਫਿਟਕਿਆਂ ਹੋਇਆਂ ਦਾ, ਫਿਟਕਿਆ ਵਕੀਲ ਬਣ ਕੇ ਆਇਆ। ਤੁਸੀਂ ਇਹਨਾਂ ਦੇ ਔਗਣ ਨਾ ਦੇਖੋ, ਤੁਸੀਂ ਆਪਣੇ ਘਰ ਦੀ ਰਹਿਮਤ ਦੇਖੋ, ਇਹਨਾਂ ਨੂੰ ਬਖਸ਼ ਦਿਓ। ਇਹਨਾਂ ਦੇ ਔਗਣ ਨਾ ਦੇਖੋ। ਹੁਣ ਆ ਦੇਖੋ ਕੀ ਗਈ ਬਹੌੜ ਹੋਣ ਨਹੀਂ ਲੱਗੀ, ਕਿੱਥੇ ਕੀਰਤਨ, ਕਿੱਥੇ ਅਵਸਥਾ। ਗੁਰੂ ਸਾਹਿਬ ਨੇ ਕਿਹਾ, ਭਾਈ ਸਿੱਖਾ ਤੂੰ ਲੈ ਕੇ ਆਇਆ ਜੀ, ਆਇਆ। ਤੇ ਨਾਲ ਇੱਕ ਸ਼ਬਦ ਬੜੇ ਕਮਾਲ ਦਾ ਕਿਹਾ। ਕਹਿਣ ਲੱਗੇ, ਕੱਲ ਪਰਸੋਂ ਉਦਾਹਰਨ ਦਿੱਤੀ ਸੀ ਕਿ ਭਾਈ ਪਾਣੀ ਤੋਂ ਬਿਨਾ ਖੇਤੀ ਮਰ ਜਾਏ ਤੇ ਪਾਣੀ ਖਰਿਆ ਕਰ ਦਿੰਦਾ ਹੈ, ਪਾਣੀ 'ਚ ਰਹਿ ਕੇ ਖੇਤੀ ਮਰ ਜਾ, ਉਹਨੂੰ ਕੋਈ ਨਹੀਂ ਖਰਿਆ ਕਰਦਾ। ਕਹਿਣ ਲੱਗੇ, ਗੁਰੂ ਦੇ ਧੱਕੇ ਨੂੰ ਸਿੱਖ ਬਚਾ ਲੈਂਦਾ ਹੈ, ਜਿਹਨੂੰ ਕਮਾਈ ਵਾਲਾ ਧੱਕਾ ਦੇ ਦੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਤੂੰ ਵਾਪਸ ਲੈ ਕੇ ਆਇਆ। ਹਜ਼ੂਰ ਨੇ ਕਿਹਾ, ਆਪਣੀ ਰਸਨਾ ਤੋਂ ਸਿਫਤ ਕਰੋ, ਕਿਉਂਕਿ ਨਿੰਦਿਆ ਦਾ ਰੋਗ ਸਿਫਤ ਨਾਲ ਮਿਟਦਾ ਹੈ। ਹੁਣ ਮੇਰੀ ਬੇਨਤੀ ਸੁਣਿਓ ਜੀ। ਕੀਰਤਨ ਸੀ, ਅਵਸਥਾ ਸੀ, ਸਮੇਂ ਦਾ ਗੇੜ ਆਇਆ, ਸਭ ਕੁਝ ਚਲਾ ਗਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਰਹਿਮਤ ਵਰਤੀ, ਕੱਲਾ ਕੀਰਤਨ ਨਹੀਂ ਆਇਆ, ਅੱਗੇ ਸਿਰਫ ਕੀਰਤਨ ਦੇ ਰਸੀਏ, ਕੀਰਤਨ ਕਰਨ ਵਾਲੇ ਸਨ। ਹੁਣ ਗੁਰੂ ਜੀ ਨੇ ਇੰਨੀ ਉੱਚੀ ਅਵਸਥਾ ਦਿੱਤੀ, ਦੋਨਾਂ ਰਬਾਬੀਆਂ ਦੇ ਅੰਦਰ ਧੁਰਕੀ ਬਾਣੀ ਆ ਗਈ। ਇਹ ਆਪ ਬਾਣੀ ਉਚਾਰਨ ਕਰਨ ਲੱਗ ਪਏ। ਇਹਨਾਂ ਨੇ 8 ਪੌੜੀਆਂ ਗੁਰੂ ਜੀ ਦੀ ਸਿਫਤ ਵਿੱਚ ਕਹੀਆਂ। ਮੈਂ ਫਿਰ ਬੇਨਤੀ ਕਰਾਂਗਾ, ਗਵਾਚੀ ਹੋਈ ਅਵਸਥਾ ਕੋਈ ਬੰਦਾ, ਜਿਹੜੇ ਘਰਾਂ 'ਚ ਬੈਠੇ ਆ ਵੀ ਨਿਤਨੇਮ ਪਹਿਲਾਂ ਕਰਦੇ ਸਨ ਛੁੱਟ ਗਿਆ, ਨਾਮ ਜਪਦੇ ਸਨ ਛੁੱਟ ਗਿਆ, ਸੇਵਾ ਕਰਦੇ ਉਹ ਗੁਰਮੁਖੋ, ਅੱਜ ਗੁਰੂ ਅਰਜਨ ਦੇਵ ਸੱਦਾ ਦੇ ਕੇ ਕਹਿੰਦੇ ਨੇ, ਅਰਦਾਸ ਕਰੋ, ਗਈਆਂ ਹੋਈਆਂ ਅਵਸਥਾਵਾਂ ਵਾਪਸ ਆ ਜਾਂਦੀਆਂ ਨੇ। ਸੱਤੇ ਬਲਵੰਡ ਅੰਦਰ ਬਾਣੀ ਆ ਗਈ। ਬਾਣੀ ਆ ਗਈ ਦਾ ਮਤਲਬ ਇੰਨੀ ਅਵਸਥਾ ਉੱਚੀ ਹੋ ਗਈ, ਉਹ ਬਾਣੀ ਦੇ ਉਚਾਰਨ ਕਰਤਾ ਬਣ ਗਏ। ਫਿਰ ਦੇਖੋ, ਜਿਹੜੀ ਜ਼ਬਾਨ ਕਹਿੰਦੀ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦੇ ਨੇ, ਉਹ ਜ਼ਬਾਨ ਕਹਿਣ ਲੱਗ ਪਈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ, ਦੇ ਗੁਣਾ ਸਤ ਭੈਣ ਪਾਰਾਵ ਹੈ ਪਾਰੰਗਤ ਦਾਨ ਪੜੀਮਦਾ। ਇਹਦਾ ਮਤਲਬ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦਾ। ਉਹ ਜਿਸ ਦਾ ਨਾਮ ਨਾ ਕਰਤੇ ਪੁਰਖ ਵਾਹਿਗੁਰੂ ਨੇ ਵੱਡਾ ਕੀਤਾ ਹੋਵੇ, ਕਿਸ ਬੰਦੇ ਦੀ ਤਾਕਤ ਹੈ ਉਹ ਗੁਰੂ ਨਾਨਕ ਨੂੰ ਸ਼ਬਦਾਂ ਨਾਲ ਬੋਲ ਕੇ ਕਹੇ ਕਿ ਗੁਰੂ ਨਾਨਕ ਇੰਨਾ ਵੱਡਾ ਹੈ। ਕੀ ਅਵਸਥਾ ਵਾਪਸ ਨਹੀਂ ਆਈ? ਉਹ ਜ਼ਬਾਨ ਕਹਿ ਰਹੀ ਸੀ ਕੌਣ ਜਾਣਦਾ, ਉਹ ਜ਼ਬਾਨ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਿੰਨੇ ਬਿਆਨ ਕਰਨੀ ਹੈ। ਅੱਗੇ ਕਹਿੰਦੇ ਸਨ ਸਾਨੂੰ ਇੰਨੇ ਪੈਸੇ ਚਾਹੀਦੇ ਨੇ। ਯਾਦ ਰੱਖੋ, ਇਸ ਵਾਰ ਵਿੱਚ ਨਾ, ਉਂਝ ਵੈਸੇ ਵਾਰ ਦਾ ਪਾਠ ਰੋਜ਼ ਕਰ ਲੈਣਾ ਚਾਹੀਦਾ, ਇਸ਼ਨਾਨ ਕਰਦਿਆਂ ਕਰ ਲਓ। 8 ਪੌੜੀਆਂ ਨੇ, ਬੜੀ ਸੌਖੀ, ਛੇਤੀ ਬੜੀ ਚੇਤੇ ਹੋ ਜਾਂਦੀ ਹੈ। ਉੱਥੇ ਕਹਿੰਦੇ ਸਾਨੂੰ ਇੰਨਾ ਦਿਓਗੇ ਤਾਂ। ਜਦੋਂ 2 ਤੁਕਾਂ ਪੜੀਆਂ, ਇੱਕ ਬਚਨ ਆਉਂਦਾ, ਕਿਆ ਸਾਲਾਹੀ ਸੱਚੇ ਪਾਤਸ਼ਾਹ। ਇਹ ਧੰਨ ਗੁਰੂ ਅਮਰਦਾਸ ਦੀ ਸਿਫਤ ਵਿੱਚ ਤੁਕ ਹੈ।
क्या सालाही सच्चे पातशाह जां तू सुगड़ सुजान। दान जे सतगुर भावसी सो सत्ते दान। फिर सुनियो, दान जे सतगुर भावसी सो सत्ते दान। सत्ते का अर्थ है कि भाई सत्ता जी कहन लगे हुण साडी कोई मंग नहीं, गुरु अमरदास झोली अड्ड के खलोते हैं, जेड़ा दान भी पा देंगा सानू हर दान ही तेरा स्वीकार है, कोई साडी शर्त नहीं। ये अवस्था किवें आ गई? मेरी फिर बेनती है भाई, गुरु साहब कहंदे तुसीं अरदास करो वो अवस्था लभ जाए कि माँ के उधर भी जिहड़ी सुरत जुड़ी सी, वो अवस्था लभ जाए जिहड़ा नाम विच अंदर भिज्या होया सी, वापस घर आ जाइए। कोई गल नूं गुरु फिर भी इंतजाम। भाई प्रोफैसर पूरन सिंह दे शब्द ਉਹ क्योंकि आप सब ਨੂੰ पता है ਜਿਹੜੇ लिटरेचर ਨਾਲ संबंधित ने, क्योंकि प्रोफैसर पूरन सिंह ਨੂੰ पढ़न वास्ते भी टिकी हुई सुरत चाहिदी है। ਉਹਦੀ ਗੱਲ ਇੰਨੀ ਉੱਚੀ ਹੈ ਬੰਦੇ ਦੇ ਸਿਰ ਤੋਂ ਲੰਘ ਜਾਂਦੀ, ਕਿਤਾਬ ਰੱਖ ਕੇ ਕਹਿੰਦਾ ਪਤਾ ਨਹੀਂ ਕੀ ਬੋਲੀ ਜਾਂਦਾ, ਕੀ ਲਿਖ ਗਏ। ਉਹਨਾਂ ਸ਼ਬਦ ਕਿਹਾ ਸੀ, ਅੰਮ੍ਰਿਤਧਾਰੀ ਸਨ ਨਾ ਬਚਪਨ 'ਚ, ਜਾਪਾਨ ਗਏ, ਪਹਿਲਾਂ ਬੋਧੀ ਬਣ ਗਏ, फिर स्वामी राम के प्रभाव थले आके, स्वामी राम जी के प्रभाव थले आके वेदांती बन गए, भगवें कपड़े पा लै, केस कतल कर दिते। पर जो सिख एजुकेशनल कानफ्रेंस भाई वीर सिंह मिले, उत्थे गुरु नानक साहब की संगत मिली, सच्ची मुच्ची अंदर नूं रंग लग गया। वो लिखते ने, मैं बहुत समा पहला अपने बापू के घरों बहुत दूर चला गया सा। मैं अपने शब्दों च कह रहा, मैं बिल्कुल वो शब्द नहीं वरत रहा जो लिखे। यदा मतलब मैं अपने सतगुरु के घर चों चला गया, बहुत दूर निकल गया, पतित भी हो गए, मैं सब कुछ छड्ड बैठा। तो मेरे मन सी मैं वापस जावांगा, मेरे लिए बापू के बूहे बंद हो चुके होणगे, दरवाजे बंद हो चुके होणगे। कहंदा मैं मुद्दतां बाद वापस आया, अजे भी मेरा सतगुरु बूहा खोल के मेरी इंतजार कर रहा सी कि वापस जरूर आएगा। कहन लगे इस दे बूहे च मत्था टेकिया, ये सरदल दे उत्ते गुरमुख मिलिया, उस गुरमुख ने सीस ते हथ रखिया, उथों कविता का जन्म होया, उथों पंजाबी च लिखण का जन्म होया। मेरे कहण तो मुराद गुरु हमेशा ही दरवाजे खोल के वेख रहा कि वापस जरूर आएगा। ਜਿਹੜੇ जा चुके ने मैं उन्होंने भी बेनती करांगा, तमे अधीन, लालच अधीन, आ नाटक चेटक छलावे अधीन जेड़े छड्ड के जा चुके गुरमुखो, गुरु गोबिंद सिंह गुरु ग्रंथ साहिब वर्गा घर कोई नहीं जे मिलना, वापस आ जाओ। इत्थे गई हुई अवस्था भी दोबारा मिल जाती है। महाराज जी ने इत्थे शब्द क्या, गई बहोड़। यही अरदास करिए, जिहड़ी अवस्था नाम दी वापस दे दो सतगुरु। गई बहोड़ बंदी छोड़, बंधना नूं कट्टण वाले, निरंकार दुखदारी। आप जी का कोई रूप नहीं, दुखों तो खैड़ा छडाण वाले, कर्म ना जाना धर्म ना जाना। बड़ी सीधी गल कही कि मैनू अवस्था वापस मिल जाए, मेरा कर्म कोई नहीं, मैं कोई धर्म के काम भी नहीं करता। तो सच्ची दसा सतगुरु जी, अंदरों मैं रज के लालचियां, बाहरों मैं विखावा करी बैठा। सच्ची है जी, अपनी मैं गल कर रहा। लोभी मायाधारी, अंदर नूं माया ने खचित किया होया। अगला बचन, नाम परियो भगत गोबिंद का। थोड़े ਜਿਹੇ अर्थ, सारी दुनिया मैनू तेरा भगत कहती, आप जी का भगत कहती, ये राखो पैज तुम्हारी। जे मैनू संगत सिख कहती है, मैनू सिख तुहाडा भगत कहती है, संगत भगत कहती है, दास कहती है, ये सतगुरु इस शब्द की लाज रख लिया जे। फिर सुनियो, गुरु रामदास जी का बचन उस दिन असी एक पढ़िया सी, हमरी जात पात गुर सतगुर। साडी जाति साडी गोत गुरु ही है पूरा। हमरी जात पात गुर सतगुर, खम बेचो सिर गुर के, जन नानक नाम परियो गुर चेला। मेरा नाम पै गया गुरु नानक साहब का सिख। जन नानक नाम परियो गुर चेला, गुर राखो लाज, जन के अपने सेवक की लाज रखो। गुरमुखो एडी वड्डी बख्शिश भगत सदना जी का शब्द है जी। ओदी आरंभता है, नृप कन्या कै कारन एक भया भेक धारी, नाम परियो भगत गोबिंद का। एक राजे की बेटी नूं ब्याहन दे लई एक बंदे ने विष्णु का रूप धारण किया, रूप धारण कर लिया,
ਮੇਰੀ ਫਿਰ ਬੇਨਤੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਸ਼ਬਦਾਂ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਲੁਕਾਈਏ ਨਾ, ਕਿਉਂਕਿ ਬਾਹਰ ਬੈਠਿਆਂ ਤੋਂ ਡਰ ਲੱਗਦਾ ਹੈ। ਜੇ ਮੰਜੀ ਸਾਹਿਬ ਆਹ ਗੱਲ ਹੋ ਗਈ ਜੀ, ਇਹ ਕਿਥੇ ਅਰਥ ਜਾ ਕੇ ਦੇਖ ਲਿਓ। ਰਾਜੇ ਦੀ ਬੱਚੀ ਨੂੰ ਵਿਆਹ ਲਈ, ਰਾਜੇ ਦੀ ਬੱਚੀ ਪਰਨ ਕੀਤਾ, ਮੈਂ ਵਿਸ਼ਨੂੰ ਜੀ ਨਾਲ ਵਿਆਹ ਕਰਾਣਾ, ਸਾਰੇ ਟੀਕਾਕਾਰ ਕਹਿੰਦੇ ਆ ਜੀ। ਇੱਕ ਪਖੰਡੀ ਨੇ ਉਹ ਰੂਪ ਧਾਰਨ ਕਰ ਲਿਆ, ਬਾਹਾਂ ਬੂਹਾਂ ਫਿੱਟ ਕਰਾ ਲਈਆਂ, ਇੱਕ ਉਹਨੇ ਗਰੁੜ ਦਾ ਵਾਣ ਵੀ ਬਣਵਾ ਲਿਆ, ਵਿਆਹ ਵੀ ਹੋ ਗਿਆ। ਹੁਣ ਰਾਜੇ ਤੇ ਹਮਲਾ ਹੋਇਆ ਤੇ ਉਹਦੇ ਮਨ ਚ ਆਇਆ ਵੀ ਚਲੋ ਮੇਰਾ ਤਾਂ ਜਵਾਈ ਐਡੀ ਤਾਕਤ ਵਾਲਾ ਹੈ। ਹੁਣ ਉਹਨੇ ਆਪਣੇ ਜਵਾਈ ਨੂੰ, ਸੱਚ ਇਹ ਵੇ ਕਿ ਰਾਜੇ ਨੇ ਆਪਣੇ ਜਵਾਈ ਨੂੰ ਜਿਹੜਾ ਭੇਖੀ ਸੀ ਉਹਨੂੰ ਕਿਹਾ ਮਦਦ ਕਰ। ਹੁਣ ਉਹਦੇ ਖਾਨਿਓਂ ਗਈ, ਉਹ ਤਾਂ ਪਖੰਡੀ ਸੀ, ਮਦਦ ਕੀ ਕਰਦਾ? ਉਹ ਸੱਚੀ ਮੁੱਚੀ ਐਡਾ ਕਾਮੀ ਬੰਦਾ, ਸਵਾਰਥੀ ਬੰਦਾ, ਉਹਦਾ ਅੰਦਰ ਵੀ ਝੁਕ ਗਿਆ। ਕਹਿੰਦਾ ਪ੍ਰਮਾਤਮਾ ਮੈਂ ਤੇਰੇ ਨਾਮ ਤੇ ਭੇਖ ਕਰ ਲੈ ਬੈਠਾ ਵਾਂ, ਹੁਣ ਕਿਰਪਾ ਕਰ ਤੂੰ ਆਪਣੇ ਭੇਖ ਦੀ ਲਾਜ ਰੱਖ ਲੈ। ਮੇਰੀ ਅਰਜ ਹੈ, ਬਚਨ ਹੈ ਕਿ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਤੂੰ ਤਾਂ ਉਹਨਾਂ ਦੀਆਂ ਵੀ ਪੈਜਾਂ ਸਵਾਰ ਦਿੱਤੀਆਂ ਜਿਨ੍ਹਾਂ ਨੇ ਤੇਰੇ ਨਾਮ ਦੇ ਤੱਲੇ ਪਖੰਡ ਕੀਤਾ। ਇੱਥੇ ਮਹਾਰਾਜ ਕਹਿੰਦੇ ਮੈਨੂੰ ਲੋਕ ਤੇਰਾ ਭਗਤ ਕਹਿੰਦੇ ਆ ਤੇ ਤੁਸੀਂ ਕਿਰਪਾ ਕਰੋ ਮੇਰੀ ਪੈਜ ਜ਼ਰੂਰ ਰੱਖੋ। ਹਰ ਜੀਉ ਨਿਮਾਣਿਆ ਤੂੰ ਮਾਣ। ਇੱਥੇ ਸਤਿਗੁਰੂ ਰਹਾਉ ਦੇ ਬਚਨ ਕਹਿ ਰਹੇ ਨੇ, ਹਰ ਜੀਓ, ਹਰੀ ਜੀ ਤੁਸੀਂ ਜਿਹਦਾ ਕਿਤੇ ਮਾਨ ਨਹੀਂ, ਗੁਰਮੁਖੋ ਸੁਣਿਓ, ਜਿਸ ਨੂੰ ਕਿਤੇ ਮਾਨ ਨਹੀਂ ਮਿਲਦਾ, ਮੇਰਾ ਵਾਹਿਗੁਰੂ ਨਿਮਾਣਿਆਂ ਦਾ ਮਾਣ ਹੈ। ਜਿਹਨੂੰ ਕੋਈ ਇੱਜ਼ਤ ਨਹੀਂ ਦਿੰਦਾ ਉਹਨੂੰ ਵਾਹਿਗੁਰੂ ਜੀ ਇੱਜ਼ਤ ਦਿੰਦੇ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਸੱਚੀ ਮੁੱਚੀ ਤੂੰ ਜਿਹਦਾ ਕੋਈ ਮਾਣ ਨਾ ਕਰੇ ਉਸ ਦਾ ਸਨਮਾਨ ਕਰ। ਦੇਖੋ ਮਹਾਰਾਜ ਅੱਗੇ ਬਚਨ ਕਰ ਰਹੇ ਆ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਚੀਜ਼ ਦਾ ਅਰਥ ਵੈਸੇ ਪਦਾਰਥ ਵੀ ਹੁੰਦਾ ਹੈ। ਨਚੀਜਿਆਂ ਦਾ ਅਰਥ ਜਿਹੜਾ ਕਿਸੇ ਕੰਮ ਦਾ ਨਹੀਂ, ਸਿੱਧੇ ਜਿਹੇ ਅਰਥ ਕਰੀਏ। ਸੱਚੀ ਮੁੱਚੀ ਜਿਹੜਾ ਕਿਸੇ ਕੰਮ ਦਾ ਨਹੀਂ, ਕਿਸੇ ਵੀ ਅਰਥ ਨਹੀਂ, ਵਾਹਿਗੁਰੂ ਜੀ ਤੁਸੀਂ ਨਕੰਮਿਆਂ ਨੂੰ ਵੀ ਕੰਮ ਵਾਲੇ ਬਣਾ ਦਿੰਦੇ ਹੋ। ਤੁਸੀਂ ਅਕਾਰਥੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸਕਾਰਥੇ ਬਣਾਉਂਦੇ ਹੋ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਉਹ ਮੇਰਾ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਬਣਾ ਦਿੰਦਾ ਹੈ। ਇਉਂ ਕਹਿ ਲੋ ਜਿਹੜੇ ਕਿਸੇ ਕੰਮ ਦੇ ਨਹੀਂ ਉਹਨਾਂ ਨੂੰ ਵੀ ਮਹਾਨ ਬਣਾ ਦਿੰਦਾ ਹੈ। ਤੇਰੀ ਕੁਦਰਤ ਕਉ ਕੁਰਬਾਨ। ਵਾਹਿਗੁਰੂ ਮੈਂ ਤੇਰੀ ਸ਼ਕਤੀ ਤੋਂ, ਕੁਦਰਤ ਦਾ ਅਰਥ ਤਾਕਤ, ਤੁਹਾਡੀ ਤਾਕਤ ਤੋਂ ਤੁਹਾਡੀ ਸ਼ਕਤੀ ਤੋਂ ਕੁਰਬਾਨ ਜਾਣਾ। ਕਿਉਂਕਿ ਜਿਹਨੂੰ ਸਮਾਜ ਥੱਲੇ ਲਾਣਾ ਚਾਹੇ ਖਿਮਾ ਕਰ ਦਿਓ, ਜੇ ਰੱਬ ਇੱਜ਼ਤ ਦੇਣ ਤੇ ਆ ਜਾਏ ਸਾਰੀ ਦੁਨੀਆ ਇੱਕ ਪਾਸੇ ਖਲੋ ਜਾਏ। ਜਿਹਦੇ ਸਿਰ ਤੇ ਵਾਹਿਗੁਰੂ ਨੇ ਤਾਜ ਰੱਖਣਾ ਉਹਦੀ ਇੱਜ਼ਤ ਕੋਈ ਵੀ ਮਿੱਟੀ 'ਚ ਨਹੀਂ ਰੋਲ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ। ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚੈ ਊਚ ਕਰੈ ਮੇਰਾ ਗੋਬਿੰਦ। ਨਚੀਜਿਆਂ ਚੀਜ਼ ਕਰੇ ਪਿਆਰਿਓ, ਨੀਚੈ ਊਚ ਕਰੈ ਮੇਰਾ ਗੋਬਿੰਦ। ਮਹਾਰਾਜ ਕਹਿੰਦੇ ਕਾਹੂ ਤੇ ਨਾ ਡਰੈ। ਉਹ ਕਿਸੇ ਤੋਂ ਡਰੇਗਾ ਥੋੜਾ ਵੀ ਇਹਨੂੰ ਉੱਚਾ ਚੱਕਣ ਲੱਗਾ, ਫਲਾਣੇ ਬੰਦੇ ਨੂੰ ਪੁੱਛ ਲਓ, ਫਲਾਣੇ ਤੋਂ ਫਲਾਣੇ ਬੌਸ ਨੂੰ ਪੁੱਛ ਲਓ। ਰੱਬ ਨੂੰ ਉਹ ਆਪਣੇ ਫੈਸਲੇ ਆਪ ਕਰਦਾ ਜੀ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਇਸ ਘਰ ਵਿੱਚ ਇਸ ਪੰਥ 'ਚ ਬੜਾ ਕੁਝ ਵਾਪਰਿਆ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਹੋਰ ਦੇ ਦਿੰਦਾ। ਅਸੀਂ ਇੱਕ ਸਿੱਖ ਦਾ ਨਾਮ ਬੜੇ ਅਦਬ ਨਾਲ ਲੈਂਦੇ ਹਾਂ। ਚਲੋ ਮਹਾਰਾਜਾ ਰਣਜੀਤ ਸਿੰਘ ਤਾਂ ਉਹ ਰਾਜੇ ਦੇ ਰੂਪ ਜਦੋਂ ਦੇਖਣੇ ਆ, ਆਪ ਜੀ ਨੂੰ ਪਤਾ ਹੋਣਾ ਹੈ ਆਹ ਜਿਹੜੀ ਇਮਾਰਤ ਹੈ ਦਰਬਾਰ ਸਾਹਿਬ ਦੀ ਖੂਣ, ਸੋਨਾ ਲਵਾਇਆ ਮਹਾਰਾਜਾ ਰਣਜੀਤ ਸਿੰਘ ਨੇ, ਗਿਆਨੀ ਸੰਤ ਸਿੰਘ ਗੁਰਮੁਖ ਸਿੰਘ ਹੋਣਾ ਰਾਹੀਂ। ਜਿਹੜੀ ਇਮਾਰਤ ਅਬਦਾਲੀ ਨੇ ਕੁੱਪੇ ਰੱਖ ਕੇ ਉਡਾ ਦਿੱਤੀ ਸੀ, ਇਸ ਇਮਾਰਤ ਦੀ ਦੁਬਾਰਾ ਜਿਹੜੀ ਨੀਂਹ ਰੱਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ। ਆਪ ਜੀ ਨੂੰ ਪਤਾ ਹੋਣਾ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ। ਸਰਦਾਰ ਜੱਸਾ ਸਿੰਘ ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਸਨ। ਮਾਮੇ ਦਾ ਨਾਮ ਸਰਦਾਰ ਬਾਗ ਸਿੰਘ ਸੀ। ਕਿਹਾ ਜਾਂਦਾ ਇਹਨਾਂ ਦੇ ਲਈ ਅਰਦਾਸ ਇਹਨਾਂ ਦੇ ਮਾਤਾ ਪਿਤਾ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਕੀਤੀ ਸੀ ਤੇ ਮਹਾਰਾਜ ਜੀ ਨੇ ਕਿਹਾ ਸੀ ਤੁਹਾਡੇ ਘਰ ਗੁਰੂ ਕਾ ਲਾਲ ਹੋਵੇਗਾ। ਸਮਾਂ ਆਇਆ, ਸਰਦਾਰ ਜੱਸਾ ਸਿੰਘ ਜੀ ਦਾ ਜਨਮ ਹੋਇਆ, 4 ਸਾਲ ਦੀ ਉਮਰ ਸੀ, ਪਿਤਾ ਬਦਰ ਸਿੰਘ ਚੜ੍ਹਾਈ ਕਰ ਗਿਆ। ਮੈਂ ਸਿਰਫ ਇੱਕ ਬੇਨਤੀ ਕਰ ਲੱਗਾ, ਇਸ ਘਰ ਦੀ ਸੇਵਾ 'ਚ ਕਿੰਨੀ ਬਰਕਤ ਹੈ।
ਜੇ ਕੋਈ ਭਾਵਨਾ ਸਹਿਤ ਕਰੇ ਤਾਂ। ਇੱਥੇ ਇਹਨਾਂ ਦੀ ਮਾਤਾ ਬਾਰੇ ਰਤਨ ਸਿੰਘ ਭੰਗੂ ਲਿਖਦਾ ਹੈ, ਕਹਿੰਦੇ ਸਰਦਾਰ ਜੱਸਾ ਸਿੰਘ ਦੀ ਮਾਈ ਆਪਣੇ ਗਾਤਰੇ ਦੇ ਨਾਲ ਗੁਰਬਾਣੀ ਦੀ ਪੋਥੀ ਰੱਖਦੀ ਸੀ। ਉਹ 2 ਤਾਰਾ ਵਜਾ ਕੇ ਕੀਰਤਨ ਕਮਾਲ ਦਾ ਕਰਦੀ ਸੀ ਮਾਤਾ ਇਹਨਾਂ ਦੀ। ਆਸਾ ਕੀ ਵਾਰ ਦਾ ਕੀਰਤਨ ਕਰਨਾ ਕਮਾਲ ਦਾ। ਉਸਨੇ ਆਪਣੇ ਬੱਚੇ ਨੂੰ ਕੀਰਤਨ ਸਿਖਾਇਆ। ਮੈਂ ਸੰਖੇਪ ਜੀ ਬੇਨਤੀ ਕਰਾਂ, ਦਿੱਲੀ ਲੈ ਕੇ ਗਈ ਮਾਤਾ ਸੁੰਦਰੀ ਜੀ ਕੋਲ, ਉੱਥੇ ਮਾਈ ਨੇ ਕੀਰਤਨ ਕੀਤਾ ਮਾਤਾ ਇਨੀ ਦੇ ਨਾਲ। ਸਰਦਾਰ ਜੱਸਾ ਸਿੰਘ ਮਾਤਾ ਸੁੰਦਰੀ ਜੀ ਨੇ 7 ਸਾਲ ਆਪਣੇ ਕੋਲ ਰੱਖ ਕੇ ਤਾਲੀਮ ਦਵਾਈ। ਮੈਂ ਸੰਖੇਪ ਜੀ ਬੇਨਤੀ ਕਰਾਂ, ਵਾਪਸ ਆਏ, ਉੱਥੇ ਤੀਰਾਂ ਦਾ ਪੱਥਾ ਦਿੱਤਾ, ਉੱਥੇ ਹੋਰ ਬਖਸ਼ਾਂ ਬਹੁਤ ਦਿੱਤੀਆਂ, ਗੁਰਜ ਦਿੱਤੀ, ਤੇ ਨਾਲ ਗੋਦੀ 'ਚ ਬਿਠਾ ਕੇ ਕਿਹਾ ਸੀ ਇਹ ਪੰਥ ਦਾ ਪਾਤਸ਼ਾਹ ਹੋਵੇਗਾ, ਇਹਦੀ ਔਲਾਦ ਦੁਆਰੇ ਸੱਚੀ ਮੁੱਚੀ ਚੋਬਦਾਰ ਕਸ ਆਸਿਆਂ ਵਾਲੇ ਖਲੋਣਗੇ। ਇੱਥੇ ਆ ਕੇ ਕੀਰਤਨ ਕੀਤਾ ਜੀ। ਸਰਦਾਰ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਮੰਗ ਲਿਆ ਮਾਂ ਤੋਂ ਤੇ ਮਾਮੇ ਕੋਲੋਂ। ਇੱਥੇ ਪੰਥ ਦਲ ਪੰਥ ਦੀ ਸੇਵਾ ਕਰਨ ਲੱਗ ਪਏ। ਸੇਵਾ ਕੀ ਦਿੱਤੀ ਕਿ ਪੜ੍ਹਿਆ ਲਿਖਿਆ ਜੀ, ਦਿੱਲੀੋਂ ਪੜ੍ਹ ਕੇ ਆਇਆ, ਪਰ ਉਹ ਪੰਜਾਬੀ ਠੇਠ ਨਹੀਂ ਸਨ ਬੋਲਦੇ, ਇੱਧਰ ਮਾਝੇ ਵਾਲੀ, ਉਹ ਹਿੰਦੀ ਜ਼ਿਆਦਾ ਬੋਲਦੇ ਸਨ, ਫਾਰਸੀ ਪੜ੍ਹੇ ਸਨ, ਹਮਕੋ ਤੁਮਕੋ ਬੋਲਣਾ। ਉਹ ਵੰਡ ਕੇ ਦਾਣਾ ਦਿੰਦੇ ਸਨ ਘੋੜਿਆਂ ਦਾ। ਤੇ ਇੱਕ ਉਮਰ ਛੋਟੀ ਸੀ, ਜਿਹਨੇ ਲੰਘਣਾ ਉਹਨੇ ਕਿਤੇ ਕਿਸੇ ਨੇ ਛੋਟਾ ਜਿਹਾ ਥੱਪੜ ਲਾ ਜਾਣਾ, ਕਿਸੇ ਨੇ ਉਹਦੀ ਆਵਾਜ਼ ਦੀ ਸਰਦਾਰ ਜੱਸਾ ਸਿੰਘ ਦੇ ਬੋਲਾਂ ਦੀ ਨਕਲ ਉਤਾਰ ਦੇਣੀ। ਸਰਦਾਰ ਕਪੂਰ ਸਿੰਘ ਕੋਲ ਇੱਕ ਦਿਨ ਗਏ ਜੱਸਾ ਸਿੰਘ ਹੋਣੀ, ਉਹ ਰੱਖ ਕੇ ਜਿਹੜਾ ਜਿਹਦੇ 'ਚ ਦਾਣਾ ਵੰਡਦੇ ਸਨ, ਪੜੋਪਾ ਰੱਖ ਕੇ ਕਹਿੰਦੇ ਮੈਂ ਨਹੀਂ ਇਹਨਾਂ ਦੇ ਦਾਣੇ ਵੰਡ ਸਕਦਾ। ਰੋਣ ਲੱਗ ਪਏ, ਮੈਂ ਦਾਣਾ ਨਹੀਂ ਵੰਡ ਸਕਦਾ, ਮੇਰਾ ਮਜ਼ਾਕ ਉਡਾਉਂਦੇ ਨੇ, ਮੇਰੀ ਛੇੜ ਪਾ ਦਿੱਤੀ ਹਮਕੋ ਤੁਮਕੋ। ਕਹਿੰਦੇ ਸਰਦਾਰ ਕਪੂਰ ਸਿੰਘ ਨੇ ਸੁਣਿਆ ਤੇ ਉਸ ਨੂੰ ਗੋਦੀ 'ਚ ਸਮਝੋ ਵੀ ਗਲਵਕੜੀ 'ਚ ਲੈ ਲਿਆ ਤੇ ਅਦਬ ਨਾਲ ਕਹਿਣ ਲੱਗੇ, ਦੇਖ ਬੇਟਾ, ਮੈਂ ਘੋੜਿਆਂ ਦੀ ਲਿੱਦ ਸੱਟ ਨਾ ਵੇ ਸੰਗਤ ਦੀ। ਇਸ ਪੰਥ ਦੇ ਘੋੜਿਆਂ ਦੀ ਲਿੱਦ ਸੱਟਣ ਵਾਲਿਆਂ ਨੂੰ ਜੇ ਪੰਥ ਨਵਾਬ ਬਣਾ ਸਕਦਾ ਹੈ, ਤੂੰ ਪੜ੍ਹਿਆ ਲਿਖਿਆ ਹੈ, ਇਹਨਾਂ ਦੀ ਸੇਵਾ ਨਾ ਛੱਡੀ, ਹੋ ਸਕਦਾ ਤੈਨੂੰ ਇੱਕ ਦਿਨ ਇਹ ਪਾਤਸ਼ਾਹ ਬਣਾ ਦੇਣਗੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਇਸ ਪੰਥ ਦੀ ਸੇਵਾ ਨਾ, ਉਹ ਗੁਰਮੁਖੋ, ਪੰਥ ਨੂੰ ਪੰਥ ਜਾਣ ਕੇ ਸੇਵਾ ਕਰੋਗੇ ਤੇ ਤਾਜ ਸਿਰ ਤੇ ਹੋਣਗੇ। ਜੇ ਪੰਥ ਦਾ ਮਜ਼ਾਕ ਉਡਾਓਗੇ ਤੇ ਤਾਜ ਰੁਲ ਜਾਣਗੇ। ਉਹਨਾਂ ਕਿਹਾ ਤੂੰ ਸੇਵਾ ਨਾ ਛੱਡੀ, ਇਹਨਾਂ ਦੀ ਗੱਲ ਨਾ ਮੋੜੀ। ਇਹ ਮੇਰੇ ਵਰਗੇ ਬੰਦੇ ਨੂੰ ਲਿੱਦ ਸੱਟਣ ਵਾਲੇ ਨੂੰ ਜੇ ਨਵਾਬ ਬਣਾ ਦਿੰਦੇ ਆ, ਤੈਨੂੰ ਪਾਤਸ਼ਾਹ ਕਿਉਂ ਨਹੀਂ ਬਣਾਉਣਗੇ। ਮੈਂ ਬੇਨਤੀ ਕਰਾਂ, ਅੰਦਰੂਨੀ ਤੌਰ ਤੇ ਵੀ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਆ। ਗੁਰਮੁਖੋ, ਨਿਮਾਣਿਆਂ ਦਾ ਮਾਣ ਬਣਦੇ ਆ। ਰਹਾਉ ਜੈਸਾ ਬਾਲਕ ਭਾਏ ਸੋ ਭਾਈ। ਜਿਵੇਂ ਅੱਗੇ ਹੁਣ ਫਿਰ ਸਾਨੂੰ ਸਮੱਤ ਦਿੰਦੇ ਆ, ਭਾਈ ਇਸ ਤਰ੍ਹਾਂ ਅਰਦਾਸ ਕਰੋ, ਵਾਹਿਗੁਰੂ ਬਖਸ਼ਦਾ। ਜਿਵੇਂ ਇੱਕ ਬੱਚਾ ਸੁਭੈਕਣ ਹੀ ਕੋਈ ਗਲਤੀ ਕਰਦਾ ਹੈ, ਲੱਖ ਅਪਰਾਧ ਕਮਾਵੇ। ਇੱਕ ਨਹੀਂ, 2 ਨਹੀਂ, ਉਹ ਲੱਖਾਂ ਗਲਤੀਆਂ ਕਰਦਾ। ਇਸ ਨੂੰ ਫਿਰ ਸੁਣਿਓ, ਗਲਤੀ ਕਰਨਾ ਬੰਦੇ ਦਾ ਸੁਭਾਅ ਹੈ, ਪਰ ਗਲਤੀ ਕਰਕੇ ਇਹ ਸਿੱਧ ਕਰੀ ਜਾਣਾ ਮੈਂ ਗਲਤ ਹੈ ਹੀ ਨਹੀਂ, ਮੈਂ ਗਲਤ ਹੈ ਹੀ ਨਹੀਂ, ਚੇਤੇ ਰੱਖਿਓ ਇਦੋਂ ਵੱਡਾ ਬੱਜਰ ਪਾਪ ਕੋਈ ਨਹੀਂ। ਮਹਾਰਾਜ ਕਹਿੰਦੇ ਇੱਕ ਗਲਤੀ ਨਹੀਂ, 2 ਗਲਤੀ ਨਹੀਂ, ਬੱਚਾ ਲੱਖਾਂ ਗਲਤੀਆਂ ਕਰਦਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਲੱਖਾਂ ਗੁਨਾਹ ਕਰ ਰਿਹਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ। ਪਰ ਦੇਖੋ ਬਾਪੂ ਦਾ ਸੁਭਾਅ ਕੀ ਹੈ। ਬਾਪੂ ਬੱਚੇ ਨੂੰ ਮਾਰਨਾ ਥੋੜਾ ਚਾਹੁੰਦਾ ਜੀ। ਉਹ ਚਪੇੜ ਮਾਰਨ ਦਾ ਉਹਦਾ ਮਕਸਦ ਇਹ ਨਹੀਂ ਮਰ ਜਾਏ, ਉਹ ਮਾਰਨਾ ਨਹੀਂ ਚਾਹੁੰਦਾ, ਉਹ ਝਿੜਕ ਕੇ ਸੁਧਾਰਨਾ ਚਾਹੁੰਦਾ ਹੈ। ਬਾਪੂ ਝਿੜਕਾਂ ਮਾਰਦਾ ਤੇ ਕਈ ਤਰੀਕਿਆਂ ਨਾਲ ਝਿੜਕਾਂ ਮਾਰ ਕੇ, ਡਰਾਵੇ ਦੇ ਕੇ, ਫਿਜ਼ੀਕਲ ਤੌਰ ਤੇ ਉਹਨੂੰ ਸਮਝਾਉਣ ਦਾ ਯਤਨ ਕਰਦਾ ਹੈ। ਬਾਹੁੜ ਪਿਤਾ ਗੱਲ ਲਾਵੇ। ਫਿਰ ਦੁਬਾਰਾ ਬਾਪ ਆਪਣੇ ਪੁੱਤਰ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਉਹ ਲੱਖਾਂ ਗਲਤੀਆਂ ਕੀਤੀਆਂ ਹੋਣ ਤੇ ਬਾਪ ਝਿੜਕ ਕੇ ਗਲੇ ਨਾਲ ਲਾ ਲੈਂਦਾ। ਗੁਰਮਖੋ, ਜੇ ਮਨ ਨੇ ਆਪਾਂ ਗਲਤੀਆਂ ਕਰ ਬੈਠੇ ਹਾਂ ਤੇ ਗੁਰੂ ਸਾਹਮਣੇ ਖਲੋ ਕੇ ਮੰਨ ਲਈਏ ਕੀਤੀਆਂ ਨੇ ਕਿ ਗੁਰੂ ਬਖਸ਼ਦਾ ਨਹੀਂ। ਮਹਾਰਾਜ ਕਹਿੰਦੇ ਬਾਪੂ ਫਿਰ ਗਲੇ ਨਾਲ ਲਾਂਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ। ਪਿਛਲੇ ਕੀਤੇ ਹੋਏ ਗੁਨਾਹ ਜਿਹੜੇ ਨੇ ਉਹ ਪਿਆਰਾ ਵਾਹਿਗੁਰੂ ਬਖਸ਼ ਦਿੰਦਾ। ਜਦੋਂ ਕੋਈ ਕਹਿੰਦਾ ਮੈਂ ਭੁੱਲ ਕੀਤੀ ਹੈ, ਆਗੇ ਮਾਰਗ ਪਾਵੇ। ਫਿਰ ਅੱਗੋਂ ਇੰਨੀ ਸਮੱਤ ਦਿੰਦੇ ਨੇ
ਕਿ ਉਹਨੂੰ ਬੁਰੇ ਰਸਤੇ ਤੇ ਪੈਣ ਹੀ ਨਹੀਂ ਦਿੰਦੇ। ਇਹ ਨਹੀਂ ਕਿ ਇੱਕ ਗਲਤੀ ਕੀਤੀ ਇੱਥੋਂ ਅੰਮ੍ਰਿਤ ਛਕਿਆ, ਦੂਜੀ ਕੀਤੀ ਕੇਸਗੜ੍ਹ ਤੋਂ ਛਕ ਲਿਆ, ਤੀਜੀ ਕੀਤੀ ਦਿੱਲੀ ਅੱਪੜ ਗਏ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਮਾਫ ਕਰਦਾ ਪਿਆ। ਉਹ ਇੰਨੀ ਸਮੱਤ ਦਿੰਦਾ ਹੈ ਕਿ ਗੁਰਮੁਖੋ ਪਿਛਲੇ ਔਗਣ ਬਖਸ਼ ਲੈਂਦਾ, ਅੱਗੋਂ ਰਸਤਾ ਹੀ ਸਹੀ ਦੇ ਦਿੰਦਾ। ਇਨਸਾਨ ਭਟਕਦਾ ਹੀ ਨਹੀਂ। ਹਾਰੇ ਅੰਤਰ ਜਾਮੀ ਸਭ ਬਿਦ ਜਾਣੈ। ਅੰਦਰ ਦੀਆਂ ਜਾਣਨ ਵਾਲਾ ਵੈਗੁਰੂ ਸਾਰੀਆਂ ਬਿਦਾਂ ਜਾਣ ਰਿਹਾ ਹੈ। ਤਾਂ ਕਿਸ ਪਹਿ ਆਖ ਸੁਣਾਈਐ। ਜਿਹਦੇ ਕੋਲ ਆਪਣੇ ਅੰਦਰ ਦੀ ਬਿਰਤਾ ਸੁਣਾਈਏ ਉਹ ਅੰਤਰਜਾਮੀ ਹੈ। ਕਹਿਣੈ ਕਥਨ ਨਾ ਭੀਜੈ ਗੋਬਿੰਦ। ਬਾਹਰ ਦੀਆਂ ਗੱਲਾਂ ਨਾਲ, ਕਥਾਵਾਂ ਨਾਲ, ਕਹਾਣੀਆਂ ਨਾਲ ਉਸ ਗੋਬਿੰਦ ਨੇ ਨਹੀਂ ਰਿਝਣਾ, ਨਹੀਂ ਭਿੱਜਣਾ। ਹਰ ਭਾਵੈ ਪੈਜ ਰਖਾਈਐ। ਹਰ ਭਾਵੈ ਪੈਜ ਰਖਾਈਐ। ਜਿਵੇਂ ਉਹਨੂੰ ਭਾਉਂਦਾ, ਜਿਹੜਾ ਉਹਨੂੰ ਚੰਗਾ ਲੱਗ ਜਾ ਉਹਦੀ ਇੱਜ਼ਤ ਰੱਖੇਗਾ। ਹਰ ਭਾਵੈ, ਜੇ ਉਹ ਹਰੀ ਨੂੰ ਚੰਗਾ ਲੱਗ ਗਿਆ, ਪੈਜ ਰਖਾਈਐ, ਉਹਦੀ ਇੱਜ਼ਤ ਰੱਖਦੇ ਹਨ। ਅਵਰ ਓਟ ਮੈਂ ਸਗਲੀ ਦੇਖੀ। ਇਹ ਵੈਗੁਰੂ ਮੈਂ ਸਾਰੇ ਦੁਆਰੇ ਦੇਖ ਲਿਆ, ਸਭ ਦੀਆਂ ਓਟਾਂ ਦੇਖ ਲੀਆਂ ਨੇ, ਤੇਰੇ ਤੋਂ ਵੱਡੀ ਓਟ ਕੋਈ ਨਹੀਂ। ਇੱਕ ਤੇਰੀ ਓਟ ਰਹਾਈ ਐ। ਹੁਣ ਵੈਗੁਰੂ ਸਿਰਫ ਤੇਰਾ ਹੀ ਸਹਾਰਾ ਲੈ, ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ। ਬੜੀਆਂ ਓਟਾਂ ਵੇਖੀਆਂ ਪਰ ਮੇਰੇ ਵਾਸਤੇ ਸਿਰਫ ਇੱਕ ਤੇਰੀ ਹੀ ਓਟ ਹੈ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਗੁਰੂ ਪੰਚਮ ਪਾਤਸ਼ਾਹ ਅੰਤ ਚ ਕਹਿ ਰਹੇ ਨੇ, ਗੁਰਮੁਖੋ ਕਰੋ ਖਾਂ ਅਰਦਾਸ। ਉਹ ਵੈਗੁਰੂ ਸੁਣ ਕੇ ਅਵਸਥਾ ਬਖਸ਼ ਦਿੰਦੇ ਨੇ, ਉਹ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਨੇ, ਉਹ ਨਿਮਾਣਿਆਂ ਦਾ ਮਾਣ ਬਣ ਜਾਂਦੇ ਨੇ, ਉਹ ਭੁੱਲਾਂ ਕਰਨ ਵਾਲੇ ਬੱਚਿਆਂ ਨੂੰ ਦੁਬਾਰਾ ਗਲੇ ਨਾਲ ਲਾ ਲੈਂਦੇ ਨੇ। ਵੈਗੁਰੂ ਦਿਆਲੂ ਨੇ, ਕਿਰਪਾਲੂ ਨੇ, ਉਹ ਆਪੇ ਬੇਨਤੀ ਸੁਣਦੇ ਹਨ। ਆਪੇ ਸੁਣੈ ਬੇਨੰਤੀ। ਉਹ ਕਿਰਪਾਲੂ ਜੀ ਤੁਹਾਡੀ ਬੇਨਤੀ ਜ਼ਰੂਰ ਸੁਣਨਗੇ। ਪੂਰਾ ਸਤਿਗੁਰ ਮੇਲ ਮਿਲਾਵੈ। ਸਤਿਗੁਰੂ ਜੋ ਆਪ ਪਰਮੇਸ਼ਵਰ ਚ ਮਿਲਿਆ ਹੋਇਆ ਹੈ, ਉਹ ਜਗਿਆਸੂ ਨੂੰ ਮਿਲਾ ਦਿੰਦਾ ਹੈ। ਸਭ ਚੂਕੈ ਮਨ ਕੀ ਚਿੰਤੀ। ਜਿਹੜੀ ਮਨ ਦੇ ਅੰਦਰ ਚਿੰਤਾ ਹੈ, ਝੋਰਾ ਹੈ, ਪੂਰਾ ਸਤਿਗੁਰੂ ਕਿਰਪਾ ਕਰਕੇ ਉਹ ਚਿੰਤਾ ਵੀ ਅੰਦਰੋਂ ਦੂਰ ਕਰ ਦਿੰਦੇ ਨੇ। ਚਿੰਤਾ ਦਾ ਰੋਗ ਜੜੋਂ ਪੱਟ ਦਿੰਦੇ ਹਨ। ਹਰ ਹਰ ਨਾਮ ਅਵਖਦ ਮੁਖ ਪਾਇਆ। ਅਖੀਰ ਤੇ ਮਹਾਰਾਜ ਤਤ ਕਹਿ ਰਹੇ ਨੇ, ਭਾਈ ਵਾਹਿਗੁਰੂ ਵਾਹਿਗੁਰੂ ਖਰੀ ਖਰੀ ਦਾ ਜੋ ਨਾਮ ਹੈ ਉਹ ਸਾਡੇ ਮੁਖ ਚ ਪੈ ਗਿਆ, ਅਸੀਂ ਉਹ ਮੂੰਹ ਵਿੱਚ ਪਾਇਆ ਹੈ। ਜਨ ਨਾਨਕ ਸੁਖ ਵਸੰਤੀ। ਪਰਮਾਤਮਾ ਦਾ ਨਾਮ ਦਵਾਈ ਹੈ, ਉਹ ਮੁਖ ਚ ਪਾ ਲਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਣ ਮੈਂ ਸੁੱਖ ਨਾਲ ਵਸ ਰਹੀ ਹਾਂ, ਸੁੱਖ ਨਾਲ ਰਹਿ ਰਹੀ ਹਾਂ। ਸਾਰੇ ਸ਼ਬਦ ਦਾ ਤਤ ਭਾਵੇ ਭਾਈ, ਜੇ ਕੋਈ ਭੁੱਲ ਗਿਆ ਹੈ, ਆਤਮਿਕ ਅਵਸਥਾ ਗਵਾਚ ਗਈ ਹੈ, ਐਵੇਂ ਭਟਕਣ ਦੀ ਫਿਰ ਲੋੜ ਨਹੀਂ। ਆਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮਾਫੀ ਮੰਗੀਏ। ਸਤਿਗੁਰੂ ਅਸੀਂ ਭੁੱਲ ਗਏ ਹਾਂ। ਤੇ ਪੂਰਨ ਸਿੰਘ ਦੀ ਗੱਲ ਯਾਦ ਰੱਖਿਓ, ਪ੍ਰੋਫੈਸਰ ਸਾਹਿਬ ਦੀ, ਕਿਤੇ ਵੀ ਚਲੇ ਜਾਓ ਗੁਰੂ ਗੋਬਿੰਦ ਸਿੰਘ ਦਰਵਾਜ਼ੇ 'ਚ ਖਲੋਤਾ ਇੰਤਜ਼ਾਰ ਜ਼ਰੂਰ ਕਰਦਾ ਹੈ, ਕਿਉਂਕਿ ਉਹਦਾ ਜਿੰਨਾ ਵੀ ਦੂਰ ਚਲਾ ਜਾਏਗਾ ਉਹਨੇ ਵਾਪਸ ਜ਼ਰੂਰ ਆਉਣਾ ਹੈ। ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ ਜੀ, ਸਾਰੇ ਕਰੋ ਕਿਰਪਾ ਜੀ, ਉੱਚੀ ਆਵਾਜ਼ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਜੀ, ਕਿਉਂਕਿ ਅਖੀਰ ਤੇ ਮਹਾਰਾਜ ਨੇ ਕਿਹਾ ਨਾਮ ਹੀ ਜਪੀਏ, ਇਹ ਹੀ ਸੁੱਖ ਦੇ ਸਕਦਾ ਸਾਨੂੰ, ਇਹ ਹੀ ਅਵਸਥਾ ਵਾਪਸ ਲਿਆ ਸਕਦਾ ਹੈ। ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ ਉੱਚੀ ਆਵਾਜ਼ 'ਚ, ਘਰਾਂ ਬੈਠੇ ਵੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਾਰੇ ਕਿਰਪਾ ਕਰੋ। ਸਤਨਾਮ
ਸਤਨਾਮ ਵਾਹਿਗੁਰੂ 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 ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਆਏ ਦਰਬਾਰ ਚੋਂ ਹੁਕਮ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਬੇਅੰਤ ਭੁੱਲਾਂ ਸਥੂਲ ਸੂਖਸ਼ਮ ਰੂਪ ਵਿੱਚ ਹੋਈਆਂ ਸਤਿਗੁਰੂ ਔਰ ਸੰਗਤ ਬਖਸ਼ਣ ਯੋਗ ਹੈ। ਆਓ ਭਾਈ ਸਾਹਿਬ ਜੀ ਤੋਂ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।